ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਤੋ ਸਤਿਗੁਰ ਸ਼੍ਰੀ ਜਾਣਿਓ, ये कपूरे की करतूत। जालन वाल बिगड़ छड़, तुर साबो पुजे मजबूत। वाहेगुरु जी का खालसा, वाहेगुरु जी की फतेह। धन धन गुरुदेव जिस संग हर जपे, गुर कृपाल जपे ता अवगुण सब छपे। करण कारण कृपा निधान, पतित पावन भगत वत्सल, अनाथ नाथ जगत गुरु। मेहरबान जगत साईं, धन 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 श्री गुरु ग्रंथ साहिब जी महाराज। गरीब नवाज जी दे पावन पवित्र चरण कमलों विच जुड़ बैठ गुरु की साजी और नवाजी हुई गुरु स्वरूप गुरु खालसा साध संगत जीओ। तिलक जंजू दे राखे नौवें पातशाह, वैराग त्याग ते अनुराग दी महान प्रतख मूरत श्री गुरु तेग बहादुर साहब जी महाराज जी दे पवित्र चरण छो प्राप्त इतिहासक स्थान ते नतमस्तक होके नता प्रति गुरु चरणा च जुड़ के सतगुरु जी दा पावन पवित्र इतिहास बहुत ही अदब सत्कार ते शरदा सहित आप जी सरवण कर रहे हो। कलगीधर गरीब नवाज साहब जी मालवे दे इलाके च रटन कर रहे ने। चलदियां चलदियां श्री मुक्तसर साहब पहुंचे हैं। खिदराने दी ढाब ते सतगुरां दे योधे 40 सिंह वैरियां नाल लड़ के शहीदियां दा जाम प्राप्त कर गए ने। सतगुरां ने बख्शिशां करदियां 40 नूं 40 मुक्तियां दा खिताब दे के नवाजिया। खिदराने दी ढाब दा नाम बदल के श्री मुक्तसर साहिब रखे। ये मुक्ति दा सर है। अनेकां वार उन्हां 40 सिंघां नूं महाराज जी ने बख्शिश कीते। सतगुरां दे 40 मुक्ते महाराज जी दे खजाने विच खालसे पंथ दा बीज हन। ये बचन महाराज गुरु कलगीधर जी ने सर्वलो ग्रंथ च लिखे ने। 40 नर ए बीज खालसा, मुक्ते पावन सिंह बली। ये जिहड़े 40 मुक्ते ने खालसे दा बीज हन। फसल का बीज सांभिया होवे, फसल नष्ट भी होवे ना तां जमींदार नूं भरोसा हुंदा है कि बीज है, दोबारा बीजांगे, फसल फिर उग जाएगी। खालसे दा बीज सचखंड विच इन्हां 40 मुक्तियां दा सतगुरां ने रखिया होया। इस मालवे दे इलाके चों विचरदियां सतगुरु जी साबो की तलवंडी गुरु काशी श्री दमदमा साहब वाले पासे नूं वध रहे ने। आओ कुछ समय लई अपनियां मन विरतियां एकागर करिए। सतगुरु जी दा पावन पवित्र इतिहास सरवण करिए। एकाग्रता बनाउण निमित्त गुरु चरणा च हाजरी लवाउंदे आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा तो सतगुर श्री जानियो, ये कपूरे की करतूत। सतगुरु जी ने जानिया कि कपूरा
ਸੂਬੇ ਸਰਹੰਦ ਦੀ ਫੌਜ ਨੂੰ ਨਾਲ ਲੈ ਕੇ ਉਹਨੂੰ ਰਸਤਾ ਦੱਸ ਕੇ ਲਿਆਇਆ ਕਿ ਕਲਗੀਧਰ ਜੀ ਇਸ ਪਾਸੇ ਗਏ ਹਨ। ਇਹ ਸਤਿਗੁਰਾਂ ਨੇ ਜਾਣਿਆ। ਜਾਲਨ ਵਾਲ ਬਿਗੜ ਛੱਡ ਤੁਰ ਸਾਬੋ ਪੁਜੇ ਮਜ਼ਬੂਤ। ਸ੍ਰੀ ਮੁਕਤਸਰ ਸਾਹਿਬ ਤੋਂ ਮਹਾਰਾਜ ਜੀ ਅੱਗੇ ਵਧੇ, ਕਈ ਨਗਰਾਂ ਨੂੰ ਸਤਿਗੁਰਾਂ ਨੇ ਪਵਿੱਤਰ ਕੀਤਾ। ਇੱਕ ਜਾਲਣਵਾਲ ਨਗਰ ਹੈ, ਮਹਾਰਾਜ ਜੀ ਉੱਥੇ ਚਰਨ ਪਾਏ। ਫਿਰ ਇੱਕ ਬਿਗੜਪੁਰ ਨਾਮ ਦਾ ਨਗਰ ਹੈ, ਉੱਥੇ ਚਰਨ ਪਾਏ। ਫਿਰ ਛੱਤਿਆਣਾ ਸਾਹਿਬ ਮਹਾਰਾਜ ਜੀ ਦਾ ਸਥਾਨ ਸਤਿਗੁਰਾਂ ਨੇ ਉੱਥੇ ਚਰਨ ਪਾਏ। ਹੋਰ ਬਹੁਤ ਸਾਰੇ ਸਥਾਨ ਨੇ ਨੇੜੇ ਤੇੜੇ। ਉਹਨਾਂ ਸਾਰੇ ਸਥਾਨਾਂ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਆਪਣੇ ਚਰਨਾਂ ਦੇ ਨਾਲ ਪਵਿੱਤਰ ਕੀਤਾ, ਪਾਵਨ ਕੀਤਾ ਤੇ ਚਲਦਿਆਂ ਸਾਬੋ ਕੀ ਤਲਵੰਡੀ ਪਹੁੰਚੇ ਨੇ। ਇੱਥੇ ਕੁਝ ਸਮੇਂ ਲਈ ਪੱਕਾ ਟਿਕਾਣਾ ਸਤਿਗੁਰੂ ਜੀ ਰੱਖਣਾ ਚਾਹੁੰਦੇ ਹਨ। ਚੋਪਈ ਚੜ ਸਤਿਗੁਰ ਰਾਏ ਸਾਬੋ ਵੱਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਬੋ ਕੀ ਤਲਵੰਡੀ ਵਾਲੇ ਪਾਸੇ ਚੜ ਕੇ ਚੱਲੇ ਨੇ। ਸਾਬੋ ਕੀ ਤਲਵੰਡੀ ਦਾ ਰਾਜਾ ਰਾਏ ਡੱਲਾ ਹੈ। ਸੋ ਜਾਏ ਬੈਠੇ ਤਲਵੰਡੀ ਚੱਲ। ਅੱਗੇ ਆ ਕੇ ਸਤਿਗੁਰਾਂ ਨੂੰ ਮਿਲਿਆ, ਬੜੇ ਸਤਿਕਾਰ ਨਾਲ ਸਤਿਗੁਰਾਂ ਨੂੰ ਆਪਣੇ ਨਗਰ ਤਲਵੰਡੀ ਲੈ ਕੇ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤਲਵੰਡੀ, ਜਿੱਥੇ ਅੱਜ ਕੱਲ੍ਹ ਸ੍ਰੀ ਦਮਦਮਾ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਪਾਵਨ ਸਥਾਨ ਹੈ, ਇੱਥੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਚਰਨ ਪਾਏ। ਪਿਛਲੇ ਦੇ ਬਿਰਾੜ ਹਟਾਏ। ਜਿਹੜੇ ਪਿੱਛੇ ਮਹਾਰਾਜ ਜੀ ਨਾਲ ਬਰਾੜ ਪਾਤਸ਼ਾਹ ਦੀ ਫੌਜ ਵਿੱਚ ਭਰਤੀ ਸਨ, ਉਹ ਸਾਬੋ ਕੀ ਤਲਵੰਡੀ ਦੀ ਹੱਦ ਤੋਂ ਹੀ ਮਹਾਰਾਜ ਜੀ ਕੋਲੋਂ ਤਨਖਾਹਾਂ ਲੈ ਕੇ ਪਿੱਛੇ ਵਾਪਸ ਹਟ ਗਏ, ਮੁੜ ਗਏ। ਇਮ ਕਹਿ ਤਵ ਡੱਲਾ ਰਾਏ। ਭਾਈ ਡੱਲਾ ਜੀ ਨੇ ਬੜੇ ਪ੍ਰੇਮ ਨਾਲ, ਭਾਵਨਾ ਨਾਲ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ 'ਚ ਇਸ ਤਰ੍ਹਾਂ ਬੇਨਤੀ ਕੀਤੀ। ਦੋਹਰਾ ਜੋ ਹਮਰੇ ਚਲ ਹੈ ਗੁਰ ਤੈਸੋ ਹਮ ਗੈਲ ਲੱਗ ਜਾਏ। ਲੱਗੇ ਮਹਾਰਾਜ ਨਾ ਬਰਾੜਰੀ ਤੇ ਰੱਖਣ ਦੀ ਲੋੜ ਨਹੀਂ, ਇਹਨਾਂ ਨੂੰ ਇੱਥੋਂ ਵਿਦਾ ਕਰ ਦਿਓ। ਅਸੀਂ ਆਪ ਜੀ ਦੀ ਸ਼ਰਨ ਵਿੱਚ ਹਾਂ। ਜਿੱਧਰ ਆਪ ਜੀ ਜਾਓਗੇ ਤੁਹਾਡੇ ਪਿੱਛੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਾਂਗੇ। ਛੁਟੈ ਨਹੀਂ ਹਮ ਗੈਲ ਤੇ ਸਦ ਹੀ ਰੋਜ਼ ਪਰਾਏ। ਮਹਾਰਾਜ ਜੀ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ, ਤੁਹਾਡੀ ਸੰਗਤ ਨਹੀਂ ਛੱਡਾਂਗੇ, ਔਰ ਅਸੀਂ ਤੁਹਾਡੇ ਕੋਲੋਂ ਕੋਈ ਰੋਜ਼ੀਨਾ ਵੀ ਨਹੀਂ ਲੈਣਾ। ਜਿਵੇਂ ਤਨਖਾਹਾਂ ਲੈਂਦੇ ਨੇ, ਰੁਪਈਆ ਰੋਜ਼ ਦਾ ਲੈਂਦੇ ਆ, ਮਹਾਰਾਜ ਜੀ ਅਸੀਂ ਤੁਹਾਡੇ ਤੋਂ ਕੋਈ ਤਨਖਾਹ ਨਹੀਂ ਲੈਣੀ, ਉਹ ਰੋਜ਼ੀਨਾ ਨਹੀਂ ਲੈਣਾ। ਹਮੇਸ਼ਾ ਤੁਹਾਡੇ ਨਾਲ ਫਿਰਾਂਗੇ, ਤੁਹਾਡੇ ਨਾਲ ਹਾਜ਼ਰ ਰਹਾਂਗੇ। ਚੋਪਈ ਹਮ ਸੋ ਸਰੇ ਸੋ ਖਿਜਮਤ ਕਰੇ। ਗੱਲਾਂ ਵੀ ਬਰਾੜਾਂ ਵਿੱਚੋਂ ਬੈਰਾੜ ਅਮਤੰਸੀ ਸੀ, ਨਾਲ ਦੇ ਸਾਰੇ ਸਾਥੀਆਂ ਸਮੇਤ, ਭਰਾਵਾਂ ਸਮੇਤ, ਸ਼ਰੀਕਾਂ ਸਮੇਤ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋ ਕੇ ਕਹਿੰਦਾ, ਸਤਿਗੁਰੂ ਜੀ ਅਸੀਂ ਆਪ ਜੀ ਦੀ ਖਿਦਮਤ ਕਰਾਂਗੇ, ਅਸੀਂ ਆਪ ਜੀ ਦੀ ਸੇਵਾ ਵਿੱਚ ਰਹਾਂਗੇ। ਤਨ ਮਨ ਧਨ ਸਰ ਟਿਗ ਤਰੇ। ਸਾਡੇ ਕੋਲ ਤਨ ਮਨ ਧਨ ਜੋ ਕੁਝ ਵੀ ਹੈ ਮਹਾਰਾਜ ਜੀ ਅਸੀਂ ਆਪ ਜੀ ਦੇ ਚਰਨਾਂ ਕਰਾਂਗੇ। ਭਾਈ ਡੱਲੇ ਨੇ ਬੜੇ ਸੇਵਾ ਕੀਤੀ ਸਤਿਗੁਰਾਂ ਦੀ। ਤਦੇ ਦੇ ਕੋਲ ਸਤਿਗੁਰੂ ਜੀ 9 ਮਹੀਨੇ 9 ਦਿਨ ਪਾਤਸ਼ਾਹ ਨੇ ਦੇ ਕੋਲ ਡੇਰਾ ਰੱਖਿਆ। ਇਹਦੀ ਭਾਵਨਾ ਸੀ। ਮਹਾਰਾਜ ਜੀ ਨੇ ਕਈ ਵਾਰੀ ਪਰਖਿਆ ਵੀ ਡੱਲੇ ਨੂੰ। ਤੋ ਗਰੀਬ ਨਵਾਜ ਜੀ ਨੂੰ ਬੇਨਤੀ ਕਰਦਿਆਂ ਭਾਈ ਡੱਲਾ ਜੀ ਕਹਿੰਦੇ, ਸਤਿਗੁਰੂ ਜੀ ਮੈਂ ਆਪਣਾ ਤਨ ਮਨ ਧਨ ਸਭ ਕੁਝ ਆਪ ਜੀ ਦੇ ਚਰਨਾਂ ਚਰਪਣ ਕਰਾਂਗਾ, ਹਾਜ਼ਰ ਕਰਾਂਗਾ। ਨਿਜ ਪਰਿਵਾਰ ਸਦ ਸਭੀ ਲਿਆਇਆ। ਭਾਈ ਡੱਲਾ ਜੀ ਆਪਣਾ ਸਾਰਾ ਪਰਿਵਾਰ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਆਏ ਸਤਿਗੁਰ ਕੈ ਚਰਨੀ ਲਾਇਆ। ਜਿੱਥੇ ਆਪ ਮੱਥਾ ਟੇਕਿਆ ਉੱਥੇ ਆਪਣੇ ਸਾਰੇ ਪਰਿਵਾਰ ਨੂੰ, ਬੱਚਿਆਂ ਨੂੰ ਕਲਗੀਧਰ ਪਾਤਸ਼ਾਹ ਜੀ ਦੇ ਚਰਨੀ ਲਾਇਆ। ਕਿਨਹਿ ਮੋਰ ਕਿਨਹਿ ਰੁਪਈਆ ਖੇਸ। ਪਰਿਵਾਰ ਵਿੱਚੋਂ ਬਹੁਤ ਸਾਰੇ ਭਰਾ ਡੱਲੇ ਦੇ ਭਤੀਜੇ ਹੋਰ ਜਿੰਨੇ ਸੰਬੰਧੀ ਸਨ ਉਹ ਵੀ ਆਏ ਨੇ।
ਕਿਸੇ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਮੋਹਰ ਭੇਟ ਕੀਤੀ, ਕਿਸੇ ਨੇ ਰੁਪਈਆ ਲਿਆ ਕੇ ਭੇਟ ਕੀਤਾ, ਕਿਸੇ ਨੇ ਕੋਈ ਵਧੀਆ ਖੇਸ ਬਣਿਆ ਹੋਇਆ ਸੀ ਉਹ ਲਿਆ ਕੇ ਸਤਿਗੁਰਾਂ ਦੇ ਚਰਨਾਂ 'ਚ ਭੇਟਾ ਕੀਤਾ। ਕਿਨੇ ਗਊ ਮਹਿ ਘੋੜੀ ਬੇਸ, ਕਿਸੇ ਨੇ ਗਊ ਦੁੱਧ ਵਾਲੀ ਲਿਆ ਕੇ ਮਹਾਰਾਜ ਜੀ ਨੂੰ ਭੇਟਾ ਕੀਤੀ, ਕਿਸੇ ਨੇ ਮੱਝ ਲਿਆ ਕੇ ਮਹਾਰਾਜ ਜੀ ਦੇ ਚਰਨਾਂ 'ਚ ਦੁੱਧ ਵਾਸਤੇ ਹਾਜ਼ਰ ਕੀਤੀ, ਕਿਸੇ ਨੇ ਘੋੜੀ ਹਾਜ਼ਰ ਕੀਤੀ, ਕਿਸੇ ਨੇ ਘੋੜਾ ਹਾਜ਼ਰ ਕੀਤਾ। ਏਦਾਂ ਅਨੇਕਾਂ ਪ੍ਰਕਾਰ ਦੀਆਂ ਇਹ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹਨਾਂ ਨੇ ਅਰਪਣ ਕੀਤੀਆਂ। ਕਿਨੇ ਦਾਣੋ ਕਿਨੇ ਲੰਗਰ ਚਲਾਇਆ, ਕਿਸੇ ਨੇ ਦਾਣੇ ਲਿਆ ਕੇ ਮਹਾਰਾਜ ਜੀ ਦੇ ਲੰਗਰਾਂ ਦੇ ਵਿੱਚ ਭੇਟ ਕੀਤੇ ਕਿ ਗੁਰੂ ਕੇ ਲੰਗਰ ਚੱਲਦੇ ਨੇ ਤੇ ਲੰਗਰਾਂ ਦੇ ਵਿੱਚ ਦਾਣੇ ਭੇਟ ਕੀਤੇ ਮਹਾਰਾਜ ਜੀ ਨੂੰ। ਕੋਈ ਕਣਕ ਲੈ ਕੇ ਆਇਆ, ਕੋਈ ਮੱਕੀ ਲੈ ਕੇ ਆਇਆ, ਕੋਈ ਜਵਾਰੀ ਲੈ ਕੇ ਆਇਆ। ਏਦਾਂ ਮਹਾਰਾਜ ਜੀ ਦੇ ਲੰਗਰ ਚਲਾਏ। ਕਿਨੇ ਘਿਓ ਕਿਨੇ ਲੂਣ ਕਤਾਇਆ, ਕਿਸੇ ਨੇ ਘਿਓ ਜੋੜਿਆ ਹੋਇਆ ਸੀ, ਘਰਾਂ ਵਿੱਚ ਹੀ ਲੋਕ ਘਿਓ ਤਿਆਰ ਕਰਦੇ ਸੀ ਤੇ ਘਿਓ ਜੋੜ ਕੇ ਰੱਖ ਲੈਂਦੇ ਸਨ। ਪਸ਼ੂਆਂ ਦਾ ਦੁੱਧ ਵੇਚਦੇ ਤਾਂ ਨਹੀਂ ਸੀ, ਘਿਓ ਆਦਿਕ ਕੱਢ ਕੇ ਘਰ 'ਚ ਰੱਖ ਛੱਡਣਾ। ਕਿਸੇ ਨੇ ਘਿਓ ਲਿਆ ਕੇ ਹਾਜ਼ਰ ਕੀਤਾ ਵੱਡੀ ਚਾਟੀ ਭਰ ਕੇ, ਕਿਸੇ ਨੇ ਦਹੀਂ ਲਿਆ ਕੇ ਹਾਜ਼ਰ ਕੀਤੀ, ਕਿਸੇ ਨੇ ਦੁੱਧ, ਕਿਸੇ ਨੇ ਲੂਣ, ਕਿਸੇ ਨੇ ਖੰਡ। ਯਾਨੀ ਕਿ ਜੋ ਜੋ ਕਿਸੇ ਦੀ ਭਾਵਨਾ ਸੀ, ਜੋ ਦੇ ਸਕਦਾ ਸੀ, ਗੁਰੂ ਕੇ ਲੰਗਰਾਂ ਵਾਸਤੇ ਵਸਤੂਆਂ ਲਿਆ ਕੇ ਮਹਾਰਾਜ ਜੀ ਦੇ ਲੰਗਰਾਂ ਵਿੱਚ ਭੇਟਾ ਕੀਤੀਆਂ ਹਨ। ਡੱਲੇ ਸਦ ਸਭ ਸਾਬੋ ਲਈ, ਭਾਈ ਡੱਲਾ ਜੀ ਸਾਰੀ ਤਲਵੰਡੀ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਸੀ, ਇਹ ਰਾਜਾ ਹੀ ਸੀ, ਛੋਟਾ ਜਿਹਾ ਹੀ ਰਾਏ ਡੱਲਾ ਸੀ ਇਸ ਇਲਾਕੇ ਦਾ। ਤੋਂ ਅਰਜਾ ਦੇ ਜਿੰਨੇ ਲੋਕ ਸਨ ਚੱਲੇ ਨੇ ਸਾਰਿਆਂ ਨੂੰ ਸੱਦ ਲਿਆ, ਬੁਲਾ ਲਿਆ। ਮਤ ਕਿਤ ਤੁਰਕ ਆਵੇ ਕੋਈ ਧਈ, ਕਿਉਂ ਬੁਲਾਇਆ? ਕਿ ਆਪਾਂ ਸਾਰੇ ਇਕੱਠੇ ਹੋ ਕੇ ਸਤਿਗੁਰਾਂ ਦੇ ਪਹਿਰੇ 'ਚ ਰਹਿਣਾ। ਮਤਾ ਕੋਈ ਤੁਰਕ ਫੌਜ ਇੱਥੇ ਚੜ੍ਹ ਕੇ ਆ ਜਾਵੇ ਤੇ ਸਤਿਗੁਰਾਂ ਤੇ ਹਮਲਾ ਕਰ ਦੇਵੇ ਤੇ ਆਪਾਂ ਪਹਿਲਾਂ ਸਤਿਗੁਰਾਂ ਤੋਂ ਉਹਨਾਂ ਨਾਲ ਲੜ ਕੇ ਯੋਧਿਆਂ ਵਾਂਗੂ ਸ਼ਹੀਦੀਆਂ ਪਾਉਣੀਆਂ। ਏਦਾਂ ਭਾਈ ਡੱਲੇ ਨੇ ਤਿਆਰੀ ਕੀਤੀ, ਕਿਉਂਕਿ ਇਹ ਹੋ ਸਕਦਾ ਸੀ ਕਿ ਪਿੱਛੋਂ ਫੌਜਾਂ ਆ ਸਕਦੀਆਂ ਸਨ। ਤੋਂ ਡੱਲੇ ਚੌਧਰੀ ਨੇ ਆਪਣੇ ਭਾਈਚਾਰੇ ਦੇ ਨਗਰ ਦੇ ਜਿੰਨੇ ਯੋਧੇ ਸਨ ਸਾਰੇ ਸ਼ਸਤਰਾਂ ਬਸਤਰਾਂ ਸਹਿਤ ਮਹਾਰਾਜ ਜੀ ਦੇ ਕੋਲ ਸੱਦ ਲਏ। ਹੋਏ ਇਕੱਤਰ ਇੱਕ ਪਲ ਹੋਣੋ, ਕਹਿੰਦੇ ਇੱਕ ਪਲ ਦੇ ਵਿੱਚ ਹੀ ਸਾਰੇ ਇਕੱਤਰ ਹੋ ਗਏ। ਉਹ ਕਹਿੰਦੇ ਭਾਈ ਆਪਾਂ ਦੇਰੀ ਨਹੀਂ ਲਾਉਣੀ, ਸਾਰੇ ਛੇਤੀ ਨਾਲ ਆ ਕੇ ਇਕੱਠੇ ਹੋ ਜਾਓ। ਕਪੂਰੇ ਵਾਂਗ ਨਾ ਘਰ ਮੈਂ ਸੋਣੋ, ਡੱਲੇ ਨੇ ਵੀ ਆਖਿਆ ਵੀ ਕਪੂਰ ਵਾਂਗੂ ਨਹੀਂ ਕਰਨੀ, ਜਿਵੇਂ ਕਪੂਰਾ ਕਹਿ ਰਿਹਾ ਸੁੱਤਾ। ਆਪਾਂ ਸਾਰਿਆਂ ਨੇ ਸਤਿਗੁਰਾਂ ਦੀ ਸੇਵਾ 'ਚ ਹਾਜ਼ਰ ਰਹਿਣਾ। ਜੇ ਤੁਰਕਾਂ ਦੀਆਂ ਚੜ੍ਹ ਕੇ ਆਈਆਂ ਆਪਾਂ ਮੁਕਾਬਲਾ ਉਹਨਾਂ ਦੇ ਨਾਲ ਕਰਾਂਗੇ। ਦੋਹਰਾ ਸਤਿਗੁਰ ਤੇ ਖੁਸ਼ੀ ਆਈ, ਝੁਕਿਓ ਜੰਗਲ ਸਭ ਆਏ। ਸਤਿਗੁਰੂ ਜੀ ਨੇ ਭਾਈ ਡੱਲੇ ਤੇ ਬੜੀਆਂ ਖੁਸ਼ੀਆਂ ਕੀਤੀਆਂ। ਮਹਾਰਾਜ ਜੀ ਪ੍ਰਸੰਨ ਹੋਏ ਕਿ ਡੱਲੇ ਦੇ ਅੰਦਰ ਆਪਣਾ ਆਪ ਕੁਰਬਾਨ ਕਰਨ ਦੀ ਬਿਰਤੀ ਹੈ। ਉਹਨੇ ਮਨ 'ਚ ਇਹ ਭੈ ਨਹੀਂ ਰੱਖਿਆ ਕਿ ਜੇ ਮੈਂ ਸਤਿਗੁਰਾਂ ਦੀ ਮਦਦ ਕਰਾਂਗਾ ਤੇ ਤੁਰਕ ਮੇਰਾ ਕੀ ਥੋੜਾ ਲਿਹਾਜ਼ ਕਰਨਗੇ, ਪਰ ਉਹਨੇ ਨਿਡਰ ਹੋ ਕੇ ਸਤਿਗੁਰਾਂ ਦੀ ਸੇਵਾ ਕੀਤੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਡੱਲੇ ਤੇ ਖੁਸ਼ ਹੋਏ। ਇਲਾਕੇ ਨੂੰ, ਜੰਗਲ ਦੇ ਇਲਾਕੇ ਨੂੰ ਸਤਿਗੁਰਾਂ ਕਰਤਾਰਥ ਕੀਤਾ। ਤਕਰੀਬਨ ਇਹ ਜੰਗਲ ਦਾ ਸਾਰਾ ਹੀ ਇਲਾਕਾ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਝੁਕ ਗਿਆ। ਲੈ ਲੈ ਆਵੇ ਤਵ ਬਹੁ ਖੁਸ਼ੀਆਂ ਲੈ ਲੈ ਜਾਏ। ਕਈ ਤਰ੍ਹਾਂ ਦੀਆਂ ਭੇਟਾਵਾਂ ਕੇ ਤੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋਏ। ਮਹਾਰਾਜ ਜੀ ਨੂੰ ਭੇਟਾਵਾਂ ਅਰਪਣ ਕਰਦੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਜਾਂਦੇ ਨੇ। ਚੋਈ ਇੱਕ ਦਿਵਸ ਬਹੁ ਸੰਗਤ ਆਈ। ਇੱਕ ਦਿਨ ਦਾ ਬਚਨ ਹੈ ਕਿ ਮਾਲਵੇ ਦੇ ਇਲਾਕੇ 'ਚੋਂ, ਜੰਗਲ ਦੇ ਇਲਾਕੇ 'ਚੋਂ ਬਹੁਤ ਸਾਰੀਆਂ ਸੰਗਤਾਂ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਈਆਂ। ਉਹਨੇ ਬਾਤ ਇਮ ਸਭ ਮਿਲ ਕਹੀ। ਉਹਨਾਂ ਵਿੱਚੋਂ ਕੁਝ ਕਿ ਜਿਹੜੇ ਜੰਗਲ ਦੇ ਇਲਾਕੇ ਦੇ ਭੋਲੇ ਭਾਲੇ ਲੋਕ ਸੀ, ਜਿਨ੍ਹਾਂ ਨੂੰ ਬੋਲਣ ਦਾ ਕੋਈ ਵੱਲ ਨਹੀਂ ਸੀ, ਤਰੀਕਾ ਨਹੀਂ ਸੀ, ਕਿਵੇਂ ਗੁਰੂ ਪੀਰਾਂ ਨਾਲ ਗੱਲਬਾਤ ਕਰੀ
ਕਰੀਦੀ ਹੈ, ਪੀਰਾਂ ਮਹਾਂਪੁਰਸ਼ਾਂ ਦੇ ਕੋਲ ਕਿਵੇਂ ਬਚਨ ਬਿਲਾਸ ਕਰੀਦੇ ਨੇ, ਏਦਾਂ ਦੇ ਕੁਝ ਲਾਏ। ਸਕੈਤ ਜੱਟ ਮੁਖ ਹੈ ਪਾੜੈ। ਉਹਨਾਂ ਨੇ ਆ ਕੇ ਕੁਝ ਏਦਾਂ ਦੇ ਸ਼ਬਦ ਮਹਾਰਾਜ ਜੀ ਨੂੰ ਕਹੇ ਜਿਹੜੇ ਕਹਿਣ ਯੋਗ ਨਹੀਂ ਸਨ, ਪਰ ਉਹਨਾਂ ਨੇ ਜਿਵੇਂ ਅਨਭੋਲ ਪੁਣੇ ਦੇ ਪਤਾ ਨਹੀਂ ਸੀ। ਜਿਵੇਂ ਇੱਕ ਮਾਈ ਕਿਸੇ ਮਹਾਂਪੁਰਸ਼ ਕੋਲ ਗਈ, ਉਹਨੂੰ ਕਹਿੰਦੀ ਆ ਬਾਬਾ ਤੇਰੇ ਖਰਾਬੜੇ ਉਹਰੇ ਕਰ ਮੈਂ ਮੱਥਾ ਟੇਕਣਾ। ਹੁਣ ਉਹਨੂੰ ਪਤਾ ਹੀ ਨਹੀਂ ਵੀ ਕੀ ਕਹਿਣਾ, ਚਰਨ ਕਹਿਣਾ। ਉਹ ਕਹਿਣ ਲੱਗੇ ਬੀਬੀ ਖਰਾਬੜੇ ਨਹੀਂ ਕਹੀਦਾ, ਚਰਨ ਕਹੀਦਾ। ਉਹ ਕਹਿੰਦੀ ਆ ਆਈ ਜਿਹੜੇ ਸੜਨ ਜੋਗਿਆਂ ਦਾ ਮੈਨੂੰ ਨਾਂ ਨਹੀਂ ਆਉਂਦਾ, ਉਹੀ ਉਰੇ ਕਰ ਲੈ ਮੈਂ ਮੱਥਾ ਟੇਕਣਾ। ਹੁਣ ਅਨਭੋਲ ਪੁਣੇ ਦੇ ਵੇਲਾ ਬੋਲ ਨਹੀਂ ਪਤਾ ਵੀ ਕਿਵੇਂ ਜੰਗਲ ਦੇ ਇਲਾਕੇ 'ਚ ਰਹੇ ਨੇ। ਸਤਿਗੁਰੂ ਨੌਵੇਂ ਪਾਤਸ਼ਾਹ ਵੀ ਜਦੋਂ ਇਸ ਇਲਾਕੇ 'ਚ ਵਿਚਰੇ ਨੇ ਤਾਂ ਇਹਨਾਂ ਲੋਕਾਂ ਨੂੰ ਮਹਾਰਾਜ ਜੀ ਦੀ ਮਹਿਮਾ ਦਾ ਨਹੀਂ ਸੀ ਪਤਾ। ਉਹ ਜੰਗਲ ਦੇ ਆ ਕੇ ਉਹਨਾਂ ਨੇ ਕੁਝ ਬੋਲ ਇਹੋ ਜਿਹੇ ਕਹੇ। ਉੱਥੇ ਲਾਗੇ ਕੁਝ ਜਿਹੜੇ ਹੋਰ ਬਰਾੜ ਭਰਾ ਸਨ, ਉਹ ਕਹਿਣ ਲੱਗੇ ਵੀ ਇਹ ਸੱਚ ਕਹਿੰਦੇ ਆ ਵੀ ਜਿਹੜਾ ਜੱਟ ਹੁੰਦਾ ਹੈ, ਜਿਹੜੇ ਭੋਲੇ ਲੋਕ ਹੁੰਦੇ ਆ, ਉਹ ਮੂੰਹ ਫਾ ਹੁੰਦੇ ਆ, ਮੂੰਹ ਪਾੜੇ ਹੁੰਦੇ ਆ ਉਹਨਾਂ ਦੇ। ਕਿਸੇ ਵਕਤ ਸੰਗ ਖੋਲਿਓ ਕੁਹਾੜੈ। ਉਹ ਕਹਿੰਦੇ ਕੁਹਾੜੇ ਨਾਲ ਸੰਗ ਖੋਲਿਆ ਹੋਇਆ ਵੀ ਪਤਾ ਨਹੀਂ ਕਿਹੜੇ ਵੇਲੇ ਕੀ ਕਹਿ ਦੇਣਾ, ਕੀ ਬੋਲ ਦੇਣਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਕਲਗੀਧਰ ਜੀ ਦੇ ਕੋਲ ਕੀ ਬੋਲਣਾ ਸੀ। ਉਹਨੇ ਬਚਨ ਗੁਰ ਐਸੇ ਕਹੇ। ਹੁਣ ਉਹਨਾਂ ਨੇ ਬੋਲਿਆ ਕੀ ਸੁਣੋ। ਹਾਂਜੀ, ਹਮ ਕਰ ਗੁਰ ਆਏ ਕਿਮ ਦੁੱਖ ਰਹੇ। ਕਹਿਣ ਲੱਗੇ ਗੁਰੂ ਜੀ ਤੁਸੀਂ ਸਾਡੇ ਘਰ ਆਏ ਹੋ, ਇਲਾਕੇ 'ਚ ਆਏ ਹੋ, ਤੁਹਾਨੂੰ ਕੋਈ ਤਕਲੀਫ ਨਹੀਂ ਹੋਣ ਦੇਾਂਗੇ ਅਸੀਂ, ਬੇਫਿਕਰ ਹੋ ਜਾਓ, ਤੁਹਾਨੂੰ ਕੋਈ ਦੁੱਖ ਨਹੀਂ ਹੋਣ ਦੇਾਂਗੇ ਅਸੀਂ। ਕਹਿਣਾ ਤੇ ਸੀ ਮਹਾਰਾਜ ਤੁਹਾਡੇ ਆਉਂਦਿਆਂ ਸਾਨੂੰ ਕੋਈ ਦੁੱਖ ਨਹੀਂ ਰਹਿਣਾ। ਉਲਟਾ ਕਹਿੰਦੇ ਮਹਾਰਾਜ ਤੁਸੀਂ ਸਾਡੇ ਘਰ ਆ ਗਏ ਹੋ, ਬੇਫਿਕਰ ਹੋ ਜਾਓ, ਅਸੀਂ ਨਹੀਂ ਤੁਹਾਨੂੰ ਕੋਈ ਹੁਣ ਦੁੱਖ ਲੱਗਣ ਦੇਣਾ। ਅਸੀਂ ਖੜੇ ਆ ਇੱਥੇ ਵੇਖਦੇ ਆ ਕਿਹੜਾ ਤੁਰਕ ਆਉਂਦਾ ਲੜਨ ਵਾਸਤੇ, ਅਸੀਂ ਮੂਹਰੇ ਹੋ ਕੇ ਲੜਾਂਗੇ ਪਹਿਲਾਂ। ਭਾਵੇਂ ਕਹਿਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਾਸਤੇ ਰਹੇ ਸਨ, ਪਰ ਬੋਲ ਜਿਹੜੇ ਬੋਲਣੇ ਸੀ ਉਦਾਂ ਨਹੀਂ ਬੋਲੇ। ਕਹਿਣਾ ਤੇ ਸੀ ਮਹਾਰਾਜ ਤੁਸੀਂ ਆ ਗਏ ਹੋ, ਸਾਡੇ ਦੁੱਖ ਕੱਟੇ ਜਾਣਗੇ, ਸਾਨੂੰ ਤਾਂ ਲੋਕ ਜਾਂਗਲੀ ਕਹਿੰਦੇ ਸੀ, ਤੁਸੀਂ ਸਾਨੂੰ ਮਲਵਈ ਬਣਾ ਜਾਣਾ। ਕਹਿਣਾ ਤਾਂ ਇਹ ਸੀ, ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਤੁਸੀਂ ਆ ਗਏ ਹੋ ਸਾਡੇ ਕੋਲ, ਹੁਣ ਨਹੀਂ ਤੁਹਾਨੂੰ ਅਸੀਂ ਕੋਈ ਦੁੱਖ ਲੱਗਣ ਦੇਣਾ। ਹਮ ਕਰੇ ਕਮਾਈ ਪੀ ਵੱਡ ਕਨੀ। ਫਿਰ ਇਹਨਾਂ ਨੇ ਬੇਨਤੀ ਕੀਤੀ, ਨਾਲੇ ਕਹਿੰਦੇ ਮਹਾਰਾਜ ਤੁਸੀਂ ਆ ਗਏ ਹੋ ਸਾਡੇ ਕੋਲ, ਤੁਹਾਨੂੰ ਅਸੀਂ ਕੋਈ ਦੁੱਖ ਨਹੀਂ ਹੋਣ ਦੇਣਾ। ਤੇ ਫਿਰ ਕਹਿੰਦੇ ਅੱਜ ਅਸੀਂ ਬੜੀ ਕਮਾਈ ਕਰਦੇ ਆ, ਫਸਲਾਂ ਲਿਆਉਂਦੇ ਆ ਘਰਾਂ ਵਿੱਚ, ਰਹਿਤ ਨਹੀਂ ਘਰ ਬਰਕਤ ਬਣੀ। ਮਹਾਰਾਜ ਸਾਡੇ ਘਰ 'ਚ ਬਰਕਤ ਨਹੀਂ ਰਹਿੰਦੀ। ਨਾਲੇ ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਤੁਹਾਨੂੰ ਨਹੀਂ ਅਸੀਂ ਕੋਈ ਦੁੱਖ ਲੱਗਣ ਦਿੰਦੇ, ਤੁਸੀਂ ਸਾਡੇ ਕਹਿਓ। ਫਿਰ ਆਪਣੇ ਹੀ ਦੁੱਖ ਬੋਲ ਕੇ ਸੁਣਾਉਣ ਲੱਗ ਪਏ, ਮਹਾਰਾਜ ਸਾਡਾ ਦੁੱਖ ਦੂਰ ਕਰ ਦਿਓ, ਅਸੀਂ ਕਮਾਈ ਬੜੀ ਕਰਦੇ ਆ, ਫਸਲ ਲਿਆਉਂਦੇ ਆ, ਵੇਖਣ ਨੂੰ ਫਸਲ ਹੁੰਦੀ ਵੀ ਬੜੀ ਵਧੀਆ, ਝਾੜ ਕੇ ਲਿਆਉਂਦੇ ਆ ਮਹਾਰਾਜ, ਵਿੱਚੋਂ ਇੱਕ ਹਿੱਸਾ ਹੀ ਨਿਕਲਦਾ, 3 ਹਿੱਸੇ ਗਾਇਬ ਹੋ ਜਾਂਦੇ ਨੇ, ਸਾਡੀ ਬਰਕਤ ਨਹੀਂ ਹੈ ਮਹਾਰਾਜ ਜੀ। ਬਸਤ ਬਠਿੰਡੇ ਮਦ ਇੱਕ ਦੇਵ। ਉਹਦਾ ਕਾਰਨ ਇਹ ਹੈ ਕਿ ਬੱਠੇ 'ਚ ਇੱਕ ਕਿਲਾ, ਉਸ ਕਿਲੇ ਵਿੱਚ ਇੱਕ ਦਿਓ ਰਹਿੰਦਾ ਜਿਹੜਾ ਸਾਡੀ ਬਰਕਤ ਖਾ ਜਾਂਦਾ ਹੈ। ਉਹ ਸਾਡੀਆਂ ਫਸਲਾਂ ਦੇ ਵਿੱਚੋਂ ਹਿੱਸੇ ਮੁਕਾ ਦਿੰਦਾ ਹੈ, ਸਾਡੇ ਘਰਾਂ ਦੇ ਵਿੱਚ ਬਰਕਤ ਨਹੀਂ ਰਹਿਣ ਦਿੰਦਾ ਮਹਾਰਾਜ। ਉਹਨੇ ਸਾਡੇ ਘਰਾਂ ਵਿੱਚ ਭੁੱਖਮਾਰੀ ਪਾਈ ਹੋਈ ਹੈ। ਸਤਿਗੁਰੂ ਜੀ ਤੁਸੀਂ ਆਏ ਹੋ, ਕਿਰਪਾ ਕਰਕੇ ਸਾਡੀ ਇਸ ਦੁੱਖ ਤੋਂ ਬੰਦ ਖਲਾਸੀ ਕਰਾਓ ਮਹਾਰਾਜ, ਸਾਡਾ ਇਸ ਦੁੱਖ ਤੋਂ ਖਹਿੜਾ ਛੁਡਾਓ। ਬਠਿੰਡੇ ਦੇ ਉਸ ਕਿਲੇ 'ਚੋਂ ਭਿਆਨਕ ਦਿਓ ਰਹਿੰਦਾ ਹੈ, ਖਾਏ ਜਾਏ ਉਹ ਹਮਰੀ ਸੇਵ। ਮਹਾਰਾਜ ਅਸੀਂ ਜਿੰਨੀ ਕਮਾਈ ਕਰਦੇ ਆ ਉਹ ਸਾਡਾ ਹਿੱਸਾ ਖਾ ਜਾਂਦਾ। ਜਿਹੜੀ ਫਸਲ ਵਧੀਆ ਹੋ ਕੇ ਘਰਾਂ 'ਚ ਆਉਣੀ ਹੁੰਦੀ ਹੈ, ਜੇ 10 ਮਣ ਆਣੀ ਹੁੰਦੀ ਆ ਤੇ 10 ਵਿੱਚੋਂ ਮਹਾਰਾਜ 7-8 ਮਣ ਉਹ ਹੀ ਛੱਕ ਜਾਂਦਾ ਹੈ, ਤੇ ਸਾਡੇ ਪੱਲੇ ਮਹਾਰਾਜ 3-4 ਮਾਣੀ ਪੈਂਦੀ ਹੈ। ਸੋ ਸੁਨ ਸਤਿਗੁਰ ਡੱਲਾ ਸਦਾਇਆ। ਪਾਤਸ਼ਾਹ ਨੇ ਭਾਈ ਡੱਲਾ ਜੀ ਨੂੰ ਆਪਣੇ ਕੋਲ ਬੁਲਾਇਆ। ਤੈ ਪਾਹੁਲ ਸੋ ਸਿੰਘ ਬਨਾਇਆ। ਡੱਲੇ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਮੈਨੂੰ ਆਪਣੇ ਚਰਨਾਂ 'ਚ ਪੀੜੀ ਜਿੰਨੀ ਥਾਂ ਬਖਸ਼ੋ। ਤੇ ਪਾਤਸ਼ਾਹ ਕਹਿੰਦੇ ਡੱਲਿਆ ਫਿਰ ਖੰਡੇ ਦੀ ਪਹੁਲ ਛਕ ਲੈ, ਖੁੱਲਾ ਥਾਂ ਮਿਲ ਜਾਏਗਾ। ਭਾਈ ਡੱਲੇ ਨੇ ਮਹਾਰਾਜ ਜੀ ਦੇ ਕੋਲੋਂ ਖੰਡੇ ਦੀ ਪਹੁਲ ਛਕੀ। ਕਯੋ ਉਸੇ
ਹਮ ਬਠਿੰਡੇ ਦਿਖਾਇਓ। ਮਹਾਰਾਜ ਜੀ ਨੇ ਆਖਿਆ ਭਾਈ ਡਲ ਸਿੰਘ ਹੋ ਗਏ ਨਾ ਜਦੋਂ, ਮਹਾਰਾਜ ਜੀ ਕਹਿੰਦੇ ਭਾਈ ਡਲ ਸਿੰਘ ਜੀ, ਆ ਮਾਲਵੇ ਦੇ ਤੁਹਾਡੇ ਨਾਲ ਦੇ ਭਾਈਚਾਰੇ ਦੇ ਲੋਕ ਬੇਨਤੀ ਕਰਦੇ ਨੇ, ਇਹ ਕਹਿੰਦੇ ਆ ਵੀ ਬਠਿੰਡੇ 'ਚ ਕਿਲਾ ਬੜਾ ਵੱਡਾ ਹੈ, ਇੱਕ ਤਾਂ ਅਸੀਂ ਕਿਲਾ ਵੇਖਣਾ ਚਾਹੁੰਦੇ ਵੀ ਉਹ ਭਿਆਨਕ ਦਿਓ ਰਹਿੰਦਾ ਹੈ ਜਿਹੜਾ ਲੋਕਾਂ ਦੇ ਘਰਾਂ 'ਚ ਬਰਕਤ ਨਹੀਂ ਪੈਣ ਦਿੰਦਾ, ਤੇ ਚਲੋ ਸਾਨੂੰ ਬਠਿੰਡੇ ਲੈ ਤੇ ਬਠਿੰਡੇ ਜਾ ਕੇ ਅਸੀਂ ਉਹ ਕਿਲਾ ਵੇਖਣਾ ਚਾਹੁੰਦੇ ਹਾਂ। ਨਿਕਲਾਏ ਦੈਂਤ ਲੋਕ ਸੁਖੀ ਬਸਾਇਓ। ਉਸ ਦਿਓ ਨੂੰ ਉੱਥੋਂ ਕੱਢੀਏ ਚੱਲ ਕੇ, ਤੇ ਆ ਜਿਹੜੇ ਜੰਗਲ ਦੇ ਇਲਾਕੇ ਦੇ ਲੋਕ ਨੇ ਇਹਨਾਂ ਨੂੰ ਸੁਖੀ ਵਸਾਈਏ, ਇਹ ਸੁੱਖਾਂ ਦੇ ਨਾਲ ਵਸਣ। ਸੋ ਬਾਤ ਡੱਲੇ ਸਿੰਘ ਕਹੀ। ਭਾਈ ਡਲ ਸਿੰਘ ਬੇਨਤੀ ਕੀਤੀ, ਮਹਾਰਾਜ ਇਹ ਤਾਂ ਬੜਾ ਵੱਡਾ ਉਪਕਾਰ ਹੋਵੇਗਾ ਆਪ ਜੀ ਦਾ, ਸਾਡਾ ਇਹ ਜੰਗਲ ਦਾ ਇਲਾਕਾ ਆਪ ਜੀ ਕਰਤਾਰਥ ਕਰ ਦਿਓਗੇ ਜੇ ਉਸ ਦਿਓ ਨੂੰ ਆਪ ਜੀ ਕਿਲੇ ਵਿੱਚੋਂ ਕੱਢ ਦਿਓ। ਬਠਿੰਡੇ ਡੇਰੋ ਲਾਇਓ ਜਾਈ। ਸਤਿਗੁਰੂ ਜੀ ਚੱਲ ਪਏ ਦਮਦਮਾ ਸਾਹਿਬ ਗੁਰੂ ਕਾਸ਼ੀ ਤੋਂ, ਚੱਲ ਕੇ ਬਠਿੰਡੇ ਆਏ ਤੇ ਬਠਿੰਡੇ ਸਤਿਗੁਰਾਂ ਨੇ ਡੇਰਾ ਕੀਤਾ। ਉਹਰਾ ਬਠਿੰਡੇ ਡੇਰੋ ਕੀਓ ਆਏ, ਕੀਨੋ ਦੈਂਤ ਲਖਾਏ। ਜਦੋਂ ਮਹਾਰਾਜ ਜੀ ਨੇ ਬਠਿੰਡੇ ਆ ਕੇ ਡੇਰਾ ਕੀਤਾ ਤੇ ਜਿਹੜਾ ਇੱਥੇ ਦਿਓ ਸੀ ਉਹਨੂੰ ਪਤਾ ਲੱਗਾ ਕਿ ਕਲਗੀਧਰ ਜੀ ਸਿੰਘਾਂ ਸਮੇਤ ਆਏ ਹਨ। ਬਹੁ ਅੰਦੀ ਗੋਲੇ ਸੰਗ ਬਹੀ, ਬੋਦੀ ਨੇ ਲੋਕ ਬਦਲਾਏ। ਉਹਨੇ ਆਪਣਾ ਜ਼ੋਰ ਵਿਖਾਇਆ, ਬੜੀ ਹਨੇਰੀ ਚਲਾਈ, ਬੜਾ ਘੱਟਾ ਉਡਾਇਆ, ਲੋਕਾਂ ਨੂੰ ਵਿਚਲਿਤ ਕਰਨ ਲਈ ਡਰਾਇਆ। ਓ ਪਈ ਕਿਤਾਬ ਕਿਸੇ ਚੜਿਓ ਸਿਰ ਬਾਓ। ਤੇ ਉਹਨੇ ਕੀ ਕੀਤਾ, ਕਿਸੇ ਨੂੰ ਬੁਖਾਰ ਚੜਾ ਦਿੱਤਾ। ਜਿਹੜੇ ਉੱਥੇ ਆਮ ਜੰਗਲ ਦੇ ਲੋਕ ਆਏ ਸੀ ਨਾ, ਸਿੰਘਾਂ ਤੇ ਤਾਂ ਜ਼ੋਰ ਨਹੀਂ ਸੀ ਚੱਲਦਾ ਉਹਦਾ, ਜਿਹੜੇ ਹੋਰ ਜੰਗਲ ਦੇ ਲੋਕ ਸੀ ਆਏ ਮਦਦ ਵਾਸਤੇ, ਸਤਿਗੁਰਾਂ ਦੀ ਮਦਦ ਲੈਣ ਲਈ, ਜਿਨ੍ਹਾਂ ਬੇਨਤੀ ਕੀਤੀ, ਕਿਸੇ ਨੂੰ ਤਾਪ ਚੜ ਗਿਆ, ਕਿਸੇ ਦਾ ਸਿਰ ਦੁਖਣੇ ਲਾ ਦਿੱਤਾ। ਲਗੋ ਕਰਾਵਨ ਮੁਖੋਂ ਬਕਾਓ। ਕਈਆਂ ਦੇ ਮੂੰਹੋਂ ਆਲ ਬਾਲ ਕਢਾਣ ਲੱਗ ਪਿਆ, ਕਈਆਂ ਦੇ ਮੂੰਹੋਂ ਕਈ ਤਰ੍ਹਾਂ ਦੇ ਬੋਲ ਬੁਲਾਣ ਲੱਗ ਪਿਆ। ਕਿਮ ਆਏ ਹਮ ਕਰਨਾਓ। ਕਹਿਣ ਲੱਗਾ ਵੀ ਤੁਸੀਂ ਮੈਨੂੰ ਕਿਉਂ ਇੱਥੇ ਦੁਖੀ ਕਰਨਾ, ਹਮ ਤੇ ਬੈਠੇ ਬਹੁ ਦਿਨ ਕਰ ਥਾਉ। ਅਸੀਂ ਤਾਂ ਬੜੇ ਸਮੇਂ ਤੋਂ ਇੱਥੇ ਬੈਠੇ ਆ ਪੜਾ ਕਰਕੇ। ਸਤਿਗੁਰ ਕਹੀ ਇਹ ਸਿੱਖ ਭਏ ਹਮਾਰੇ। ਮਹਾਰਾਜ ਜੀ ਨੇ ਆਖਿਆ ਉਹ ਸੁਣ ਦਿਓ, ਆ ਹੁਣ ਸਾਰੇ ਇਲਾਕੇ ਦੇ ਲੋਕ ਸਾਡੇ ਸੇ ਨੇ, ਇਹ ਹੁਣ ਸਾਡੇ ਸੇਵ ਹੋ ਗਏ ਨੇ। ਇਨੇ ਛੋੜ ਕਿਤ ਜਾਉ ਅਗਾਰੇ। ਇਹਨਾਂ ਨੂੰ ਛੱਡ ਕੇ ਕਿਤੇ ਹੋਰ ਥਾਂ ਚਲਾ ਜਾ ਅੱਗੇ, ਨਹੀਂ ਤਾਂ ਤੁਮ ਕੋ ਦੇਉਂਗੇ ਮਾਰ। ਮਹਾਰਾਜ ਜੀ ਕਹਿੰਦੇ ਨਹੀਂ ਤਾਂ ਤਾੜਨਾ ਕਰਾਂਗੇ ਤੈਨੂੰ, ਭਿਆਨਕ ਸਜ਼ਾ ਦੇਵਾਂਗੇ ਤੈਨੂੰ। ਸੌਂਪ ਸ਼ਹੀਦਨ ਬੋ ਕਰ ਖੁਆਰ। ਮਹਾਰਾਜ ਜੀ ਕਹਿੰਦੇ ਸ਼ਹੀਦਾਂ ਦੇ ਹਵਾਲੇ ਕਰ ਦਿਆਂਗੇ ਤੈਨੂੰ। ਜਦੋਂ ਸ਼ਹੀਦਾਂ ਨੇ ਕਾਬੂ ਕੀਤਾ ਨਾ ਤੇ ਫਿਰ ਬੜਾ ਖੁਆਰ ਹੋਵੇਗਾ, ਦੁਖੀ ਹੋਵੇਗਾ, ਇਸ ਕਰਕੇ ਆਪਣੇ ਆਪ ਇੱਥੋਂ ਚਲਾ ਜਾ ਜੇ ਭਲਾ ਲੋੜਦਾ। ਏਕ ਪੁਰਸ਼ ਮਦ ਸੋ ਕੈਦ ਕੀਆ। ਉਹ ਦਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਹਨੂੰ ਕੈਦ ਕੀਤਾ ਹੋਇਆ ਹੈ। ਤੇ ਮੁਸ਼ਕਾਂ ਉਸ ਬਹੁ ਦੁੱਖ ਦੀਆ। ਉਹਦੀਆਂ ਮੁਸ਼ਕਾਂ ਬੰਨੀਆਂ ਹੋ ਕਰਕੇ ਕਹਿੰਦੇ ਉਹਨੂੰ ਕਈ ਪ੍ਰਕਾਰ ਦੀ ਤਕਲੀਫ ਦੁੱਖ ਦਿੱਤੇ। ਕਹਿਓ ਗੁਰੂ ਫੂਕ ਮਾਰਿਓ ਗੋਤੋਹੇ। ਮਹਾਰਾਜ ਜੀ ਕਹਿੰਦੇ ਆ ਦਿਓ ਜੇ ਇੱਕ ਫੂਕ ਮਾਰੀ ਨਾ ਅਸੀਂ ਤੈਨੂੰ, ਇੱਕ ਫੂਕ ਮਾਰ ਕੇ ਹੈ ਪੁੱਤ ਪੋਤਰੇ ਸਭ ਸੰਗ ਜੋਹੇ। ਤੇਰੇ ਜਿਹੜੇ ਪੁੱਤ ਪੋਤਰੇ ਟੱਬਰ ਸਮੇਤ ਉਡਾ ਦੇਾਂਗੇ ਤੁਹਾਨੂੰ ਅਸੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗ੍ਹਾ ਛੱਡ ਕੇ ਚਲੇ ਜਾਓ, ਇੱਕ ਫੂਕ ਮਾਰ ਕੇ ਤੇਰੇ ਪੁੱਤ ਪੁੱਤਰਾਂ ਪਰਿਵਾਰਾਂ ਸਮੇਤ ਉਡਾਵਾਂਗੇ। ਉਨ ਕਹਿਓ ਮੈਂ ਮਾਖੋ ਕੋ ਭਾਈ। ਕਹਿਣ ਲੱਗਾ ਮਹਾਰਾਜ ਮੈਂ ਮਾਖੋ ਦਾ, ਮਾਖੇ ਦੈਂਤ ਦਾ ਭਰਾ ਆ। ਕਾਣਾ ਦਿਓ ਜਿਹੜਾ ਗੋਇੰਦਵਾਲ ਸਾਹਿਬ ਚ ਮਹਾਰਾਜ ਜੀ ਜਦੋਂ ਗੁਰੂ ਅਮਰਦਾਸ ਸਾਹਿਬ ਨਗਰ ਵਸਾਇਆ ਉੱਥੋਂ ਕੱਢੇ ਸੀ ਅਸੀਂ, ਉੱਥੇ ਸਾਡਾ ਜਨਮ ਹੋਇਆ। ਤੇ ਮਹਾਰਾਜ ਇੱਕ ਕਾਣਾ ਸੀ, ਉਹ ਜਦੋਂ ਡਿੱਗ ਪਿਆ ਜਨਮ ਸਮੇਂ ਦੋ ਭਰਾਵਾਂ ਦਾ ਜਨਮ ਹੋਇਆ, ਇੱਕ ਦੀ ਬਾਂਹ ਟੁੱਟ ਗਈ, ਟੁੰਡਾ ਦਿਓ ਹੋ ਗਿਆ, ਅੱਖ ਦੇ ਵਿੱਚ ਜਵਾਰ ਦਾ ਤੀਲਾ ਵੱਜਾ ਤੇ ਉਹ ਕਾਣਾ ਹੋ ਗਿਆ। ਮਹਾਰਾਜ ਮੈਂ ਉਸ ਕਾਣੇ ਮਾਖੇ ਦਿਓ ਦਾ ਭਰਾ ਹਾਂ। ਉਸ ਜਿਮ ਹਮ ਕਿਤ ਦੇ ਕਲਾਈ। ਮਹਾਰਾਜ ਫਿਰ ਮੈਨੂੰ ਟਿਕਾਣਾ ਤਾਂ ਬਖਸ਼ੋ,
ਕਿਤੇ ਤਾਂ ਮੇਰਾ ਨਿਵਾਸ ਕਰਾਓ, ਮੈਂ ਕਿੱਥੇ ਜਾਵਾਂ ਸਤਿਗੁਰੂ ਜੀ, ਪਹਿਲਾਂ ਉੱਥੋਂ ਕੱਢਿਆ, ਇੱਥੇ ਆ ਕੇ ਰਹੇ, ਹੁਣ ਇੱਥੇ ਆ ਕੇ ਤੁਸੀਂ ਸਾਨੂੰ ਕੱਢਦੇ ਹੋ, ਅਸੀਂ ਵੀ ਤਾਂ ਰਹਿਣਾ ਨਾ ਕਿਤੇ, ਸਾਨੂੰ ਵੀ ਕੋਈ ਟਿਕਾਣਾ ਦੱਸੋ। ਮੋਕੋ ਪੀ ਲਿਓ ਸਿੱਖ ਬਣਾਏ। ਮਹਾਰਾਜ ਮੈਂ ਵੀ ਤਾਂ ਤੁਹਾਡਾ ਸੇਵਕ ਹੀ ਆ ਨਾ, ਮੈਨੂੰ ਵੀ ਆਪਣਾ ਸੇਵਕ ਜਾਣ ਲੋ ਕਲਗੀਧਰ ਜੀ, ਮੈਂ ਵੀ ਤੁਹਾਡਾ ਦਾਸ ਹਾਂ। ਕਰੋ ਕਾਰ ਮੈਂ ਤੁਮਰੀ ਤਾਏ। ਜਿਹੜੀ ਸੇਵਾ ਤੁਸੀਂ ਮੇਰੀ ਲਾਓਗੇ ਮੈਂ ਵੀ ਕਰਾਂਗਾ ਮਹਾਰਾਜ ਜੀ, ਤੁਹਾਡੇ ਸਿੱਖ ਨੇ ਤੇ ਮੈਂ ਵੀ ਤਾਂ ਸੇਵਕ ਹਾਂ ਤੁਹਾਡਾ, ਮੈਂ ਕਿੱਥੇ ਜਾਵਾਂ ਮਹਾਰਾਜ ਗਰੀਬ ਨਵਾਜ ਜੀ। ਤੋ ਸਤਿਗੁਰ ਉਸ ਆਗਿਆ ਦਈ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਹੁਕਮ ਕੀਤਾ, ਆਗਿਆ ਦੇ ਕੇ ਕਹਿਣ ਲੱਗੇ, ਜਾ ਸਰਹੰਦ ਕੈ ਮਦ ਤੂੰ ਬਹੀ। ਮਹਾਰਾਜ ਜੀ ਕਹਿੰਦੇ ਜਾ ਭਾਈ ਸਰਹੰਦ ਜਾ ਕੇ ਆਪਣਾ ਟਿਕਾਣਾ ਕਰ ਲੈ, ਸਰਹੰਦ ਵਿੱਚ ਉੱਥੇ ਜਾ ਕੇ ਬਹਿ ਜਾਈ, ਆਪਣਾ ਟਿਕਾਣਾ ਕਰ ਲਈ। ਉਜਾੜ ਸਰਹੰਦ ਕੀ ਜੜਾਂ ਪਟਾਈ। ਔਰ ਸਾਰਾ ਸਰਹੰਦ ਉਜਾੜ ਕੇ ਉਹਦੀਆਂ ਜੜਾਂ ਪੁੱਟ ਕੇ ਰੱਖਦੀ ਸਰਹੰਦ ਦੀਆਂ, ਜਿੱਥੇ ਸ਼ੀਰ ਖੋਰੇ ਬੱਚਿਆਂ ਨੂੰ ਕੋ ਕੇ ਸ਼ਹੀਦ ਕੀਤਾ ਗਿਆ। ਜੋ ਚਾਹੇ ਬਚਾਈ ਉਸ ਸਾਥ ਖਾ ਜਾਈ। ਜਿਹੜਾ ਸਰਹੰਦ ਨੂੰ ਬਚਾਣਾ ਚਾਹੇ ਉਹਨੂੰ ਖਾ ਜਾਈ ਨਾਲ ਹੀ, ਉਹਨੂੰ ਭੱਖ ਜਾਈ ਨਾਲ, ਜਿਹੜਾ ਸਰਹੰਦ ਨੂੰ ਬਚਾਉਣਾ ਚਾਹੇਗਾ। ਦੋਹਰਾ ਮੱਥਾ ਟੇਕਿਓ ਉਨ ਤਬੈ ਪਰਿਓ ਸਰਹੰਦੈ ਰਾਹ। ਮਹਾਰਾਜ ਜੀ ਦੇ ਚਰਨਾਂ ਤੇ ਨੇ ਮੱਥਾ ਟੇਕਿਆ, ਨਮਸਕਾਰ ਕਰਕੇ ਸਰਹੰਦ ਦੇ ਰਾਹ ਨੂੰ ਚੱਲ ਪਿਆ। ਡੱਲੇ ਸਿੰਘ ਸਤਿਗੁਰ ਕਈ ਦਿਓ ਭੈਣ ਸਿਆਣੀ ਨਾਏ। ਮਹਾਰਾਜ ਜੀ ਨੂੰ ਡੱਲਾ ਭਾਈ ਜੀ ਕਹਿਣ ਲਾ, ਰਾਜ ਇੱਥੇ ਬਣੀ ਚਾਹੀਦੀ ਹੈ, ਇਹ ਦਿਓ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਵੇਕ ਵਿਦਿਆ ਦਾ ਅਭਿਆਸ ਕਰਨਾ ਕਰ ਲੋ, ਭਲੀ ਤਾਂ ਉਹੀ ਹੈ ਜਿਹੜੇ ਕੋਈ ਦੇਵੀ ਸ਼ਕਤੀ ਨੂੰ ਮੰਨਣਾ। ਸਾਡੇ ਵਾਸਤੇ ਤਾਂ ਦੇਵੀ ਭਗਵਤੀ ਹੈ ਸ਼੍ਰੀ ਸਾਹਿਬ, ਤੇ ਸ਼੍ਰੀ ਸਾਹਿਬ ਨੂੰ ਕਹਿੰਦੇ ਆ ਭਾਈ ਜਿਹੜਾ ਤਿਲਕ ਲਾਉਣਾ ਉਹ ਲਾ ਲਵੋ। ਜੋ ਪਈ ਡੱਲੇ ਸਿੰਘ ਤੈਂ ਲਿਓ ਮੰਗਵਾਏ। ਮਹਾਰਾਜ ਜੀ ਨੇ ਕਿਹਾ ਭਾਈ ਜਾਓ ਕੋਈ ਝੋਟਾ ਲੈ ਕੇ ਆਓ ਨੇੜਿਓਂ। ਨੇੜੇ ਇੱਕ ਨਗਰ ਹੈ, ਉੱਥੇ ਅੱਜ ਕੱਲ ਗੁਰੂ ਘਰ ਵੀ ਹੈ, ਝੋਟਾ ਸਰ ਨਾਮ ਹੈ ਸਥਾਨ ਦਾ। ਉਸ ਨਗਰ ਦੇ ਵਿੱਚ ਗਏ, ਬੰਗੇਹਰ ਨਗਰ ਪਿੰਡ ਦੇ ਵਿੱਚ ਕੁਝ ਜ਼ਿਮੀਂਦਾਰ ਭਾਈ ਬੈਠੇ ਸਨ। ਸਿੰਘਾਂ ਨੇ ਜਾ ਕੇ ਪੁੱਛਿਆ, ਭਾਈ ਕੋਈ ਝੋਟਾ ਚਾਹੀਦਾ ਇੱਥੇ, ਕੋਈ ਅਵਾਰਾ ਫਿਰਦਾ ਹੋਵੇ। ਉਹਨਾਂ ਆਖਿਆ ਵੇਖਿਆ ਵੀ ਮਾਰ ਖੋਰਾ ਝੋਟਾ ਹੈ ਇਸ ਨਗਰ 'ਚ, ਪਿੰਡ ਵਾਲਿਆਂ ਨੂੰ ਵੀ ਤੰਗ ਕਰਦਾ ਹੈ, ਨਾਲ ਕਰਨ ਵਾਸਤੇ ਨਾ ਸਾਹਮਣੇ ਫਿਰਦਾ ਲੈ ਹੈ ਸੀ। ਉਹ ਬੁਰੀ ਬਲਾ ਮਾਰਦਾ ਸੀ, ਜਿਹੜਾ ਕੋਈ ਨੇੜੇ ਖੂਨੀ ਸੀ। ਤੇ ਨਾ ਵੇਖਿਆ ਵੀ ਵੇਖਦੇ ਆ ਵੀ ਇਹਨੂੰ ਕਿਵੇਂ ਲੈ ਕੇ ਜਾਣਗੇ। ਸਿੰਘ ਗਏ, ਜਾ ਕੇ ਉਹਦੇ ਕੰਨ 'ਚ ਬਈ ਕਲਗੀਧਰ ਪਾਤਸ਼ਾਹ ਨੇ ਸੱਦਿਆ, ਸਰ ਸਿਰ ਨੀਵਾ ਕਰਕੇ ਅੱਗੇ ਹੋ ਕੇ ਟੁਰ ਪਿਆ। ਪਿੰਡ ਵਾਲੇ ਵੀ ਬੜੇ ਹੈਰਾਨ ਵੀ ਇਹ ਕੀ ਖੇਡ ਹੈ, ਇਹ ਤਾਂ ਨੇੜੇ ਨਹੀਂ ਲੱਗਣ ਦਿੰਦਾ ਕਿਸੇ ਨੂੰ। ਫਿਰ ਉਹ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਏ। ਕਹਿੰਦੇ ਉੱਥੋਂ ਝੋਟਾ ਸਿੰਘ ਲੈ ਕੇ ਆਏ, ਕਾਟ ਚੁਤਰਫੋਂ ਦਈ ਧਾਰ ਫਿਰਵਾਏ। ਮਹਾਰਾਜ ਜੀ ਨੇ ਹੁਕਮ ਕੀਤਾ ਵੀ ਤਲਵਾਰ ਨਾਲ ਝਟਕਣਾ, ਕਿਹੜਾ ਸਿੰਘ ਝਟਕੇਗਾ ਬਈ ਇਹਨੂੰ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਸਿੰਘ ਸੀ ਭਾਈ ਮਲਾਗਰ ਸਿੰਘ, ਬੜਾ ਯੋਧਾ ਸੀ, ਸੂਰਮਾ ਸੀ। ਇਹ ਭਾਈ ਮਲਾਗਰ ਸਿੰਘ ਉਹੀ ਸਿੰਘ ਹੈ ਜਿਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਇੱਕ ਗਰੀਬ ਸਿੱਖ ਦੇ ਘਰੋਂ ਪੀਲੂ ਛਕੇ ਸਨ। ਤੇ ਪੁੱਛਣ ਤੇ ਦੱਸਿਆ ਸੀ, ਮਹਾਰਾਜ ਜੀ ਇਹੋ ਜਿਹੇ ਪਕਵਾਨ ਛਕੇ ਨੇ ਵੀ ਜਿਹੜੇ ਕਦੇ ਮੈਂ ਪਹਿਲਾਂ ਜ਼ਿੰਦਗੀ 'ਚ ਨਹੀਂ ਛਕੇ। ਤੇ ਗੁਰਦੇਵ ਨੇ ਬਚਨ ਕਰਦਿਆਂ ਕਿਹਾ ਸੀ, ਸਤੀ ਦੇ ਸੰਤੋਖੀ ਖਾਏ। ਆਖਿਆ ਮਲਾਗਰ ਸਿਆ ਸਿੱਖ ਦਾ ਪੜ ਕੱਜਿਆ, ਤੇਰਾ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਅਸੀਂ ਪੜਦਾ ਕੱਜ ਦਿੱਤਾ ਹੈ। ਯੋਧਾ ਸੀ ਭਾਈ ਮਲਾਗਰ ਸਿੰਘ ਨੇ ਤਲਵਾਰ ਦੇ ਨਾਲ ਕਹਿੰਦੇ ਉਹ ਝੋਟਾ ਝਟਕਿਆ, ਕਿਲੇ ਦੀ ਕੰਧ ਦੇ ਉੱਤੇ ਪਿਆ ਸੀ। ਮਹਾਰਾਜ ਜੀ ਕਹਿੰਦੇ ਕੋਈ ਹੈ ਜਿਹੜਾ ਕੱਲਾ ਚੁੱਕ ਕੇ ਵਗਾ ਕੇ ਥੱਲੇ ਸੁੱਟੇ ਕੰਧ ਤੋਂ। ਮਹਾਰਾਜ ਜੀ ਦਾ ਇੱਕ ਸੇਵਕ ਸੀ ਭਾਈ ਗੋਦੜੀਆ, ਉਹਨੇ ਬੇਨਤੀ ਕੀਤੀ ਮਹਾਰਾਜ ਸੱਚੇ ਉਹਨੇ ਮਹਾਰਾਜ ਜੀ ਦੀ ਕੋਲੋਂ ਆਗਿਆ ਲੈ ਕਰਕੇ ਉਹਨੂੰ ਸਾਬਤ ਝੋਟੇ ਨੂੰ ਚੁੱਕ ਕੇ ਕੰਧ ਤੋਂ ਜ਼ਮੀਨ ਤੇ ਥੱਲੇ ਸੁੱਟਿਆ। ਗਰੀਬ ਨਵਾਜ ਪਾਤਸ਼ਾਹ ਨੇ ਚੋਜ ਪਿੰਡੇ ਦੇ ਕਿਲੇ ਦੇ ਵਿੱਚ ਕੀਤਾ। ਮਦ
ਵੱਡੇ ਉਰਲੀਨੋਂ ਲਾਏ। ਔਰ ਬਠਿੰਡੇ ਦੇ ਕਿਲੇ ਬਾਹਰ ਵੀ ਮਹਾਰਾਜ ਜੀ ਦਾ ਸਥਾਨ ਹੈ ਤੇ ਕਿਲੇ ਦੇ ਅੰਦਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ। ਭਾਈ ਬਰਕਤ ਮਦ ਮਾਲਵੇ ਤਾਈ। ਔਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤੀ। ਸਾਰੇ ਇਲਾਕੇ ਤੇ ਲੋਕਾਂ ਦੇ ਘਰਾਂ 'ਚ ਭੰਗ ਭੁੱਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਵਰ ਗਈਆਂ। ਮਹਾਰਾਜ ਜੀ ਨੇ ਬਰਕਤਾਂ ਪਾ ਦਿੱਤੀਆਂ। ਜਿੱਥੇ ਸਾਹਿਬ ਜਾ ਬੈਠਦੇ ਨੇ ਸਾਤ ਭਈ ਹਰਿਆਵਲੀ, ਉਹ ਧਰਤੀ ਭਾਗਾਂ ਭਰੀ ਹੈ। ਮਹਾਰਾਜ ਜੀ ਦੇ ਚਰਨਾਂ ਦੇ ਨਾਲ ਇਹ ਜੰਗਲ ਦਾ ਇਲਾਕਾ ਮਾਲਵੇ ਦਾ ਹੋ ਗਿਆ। ਇੱਥੇ ਗੁਰਪ੍ਰਤਾਪ 'ਚ ਕਥਾ ਆਉਂਦੀ ਹੈ। ਕਿਲੇ ਵਿੱਚ ਸਤਿਗੁਰਾਂ ਦਾ ਡੇਰਾ ਸੀ ਤੇ ਬਾਹਰ ਕੁਝ ਵਣਜਾਰੇ ਉਤਰੇ ਹੋਏ ਸੀ। ਤਾਂ ਉਹ ਵਣਜਾਰੇ ਰਾਤ ਨੂੰ ਗਾ ਰਹੇ ਸਨ ਤੇ ਗਾਉਂਦਿਆਂ ਗਾਉਂਦਿਆਂ ਬੜੀ ਉੱਚੇ ਵਿੱਚ ਰੀਝ ਸੀ, ਸਦਾ ਨਾ ਮਾਪੇ ਨਿਤ ਨਹੀਂ ਜਵਾਨੀ, ਇੱਥੇ ਰਹਿਣਾ ਨਹੀਂ ਗੁਮਾਨੀ, ਕੱਚਾ ਕੋਠਾ ਵਿੱਚ ਵਸਦਾ ਨਹੀਂ। ਕਲਗੀਧਰ ਬੜੇ ਖੁਸ਼ ਹੋ ਕੇ ਸੁਣਦੇ। ਦਿਨ ਦੋਹਾਂ ਨੂੰ ਸੱਦਿਆ, ਭਾਈ ਇੱਥੇ ਆਓ। ਮਹਾਰਾਜ ਜੀ ਦੇ ਚਰਨਾਂ ਵਿੱਚ ਪਾਤਸ਼ਾਹ ਕਹਿੰਦੇ ਜੋ ਰਾਤੀ ਗਾਉਂਦੇ ਸੀ ਦੁਬਾਰਾ ਗਾਓ। ਕਹਿੰਦੇ ਜੀ ਸਾਨੂੰ ਸ਼ਰਮ ਆਉਂਦੀ ਹੈ, ਰਾਤ ਤਾਂ ਪਰਦੇ 'ਚ ਗਾਉਂਦੇ ਸੀ। ਮਹਾਰਾਜ ਕਹਿੰਦੇ ਇੱਥੇ ਪਰਦਾ ਕਰ ਦਿੰਦੇ। ਅੱਗੇ ਪਰਦਾ ਕਰਾਇਆ ਤੇ ਜਦੋਂ ਗਾਇਆ ਪਰ ਉਹ ਗਾਣੀ ਜਿਹੜੀ ਰਾਤ ਨੂੰ ਬਣੀ ਸੀ। ਪੜਿਆ ਜ਼ਰੂਰ ਇਹਨਾਂ ਨੇ, ਕੋਠਾ ਵਿੱਚ ਵਸਦਾ ਜਾਨੀ, ਸਦਾ ਨਾ ਮਾਪੇ ਨਿਤ ਨਹੀਂ ਜਵਾਨੀ, ਇੱਥੇ ਰਹਿਣਾ ਨਹੀਂ। ਮਹਾਰਾਜ ਜੀ ਨੇ ਦੇ ਕੇ ਟੋਰ ਦਿੱਤਾ। ਆਖਿਆ ਭਾਈ ਗਾਉਂਦੇ ਤਾਂ ਰੋਜ਼ ਨੇ ਲੋਕ, ਪਰ ਕਦੇ ਕਦੇ ਗਾਵਿਆ ਜਾਂਦਾ ਹੈ, ਗਾਵਿਆ ਜਾਂਦਾ। ਕੁਝ ਵੀ ਮੈਂ ਬਠਿੰਡੇ ਵਿੱਚ ਕੀਤਾ। ਇੱਥੇ ਆ ਸਾਹ ਇਲਾਕੇ ਦੇ ਵਿੱਚ ਪਾਤਸ਼ਾਹ ਨੇ ਬਰਨਾ ਪਾਈਆਂ। ਦਿਆਲ ਸਿੰਘ ਫਤਿਹ ਸਿੰਘ ਭਾਈ ਦਿਆਲ ਸਿੰਘ ਤੇ ਫਤਿਹ ਸਿੰਘ ਜਿਹੜੇ ਭਾਈ ਕੇ ਸਨ। ਖੰਡੇ ਪਾਹੁਲ ਦਈ ਗੁਰੂ ਮੰਗਾਈ। ਇਹਨਾਂ ਨੇ ਵੀ ਸਤਿਗੁਰਾਂ ਦੇ ਕੋਲੋਂ ਖੰਡੇ ਦੀ ਪੌਲ ਛਕੀ। ਉਹ ਤਖਾਨ ਭਾਈ ਰੂਪੇ ਪੋਤੇ, ਜਿਹੜੇ ਇੱਧਰ ਤਰਖਾਨ ਭਾਈ ਰੂਪੇ ਦੇ ਪੋਤਰੇ ਸਨ ਪਰਮ ਸਿੰਘ ਧਰਮ ਸਿੰਘ ਹੋਣੀ। ਲਈ ਖੰਡੇ ਪਾਹੁਲ ਪਰਮ ਕਰਮ ਸਿੰਘ ਦੋਤੇ। ਭਾਈ ਕਰ ਪਰਮ ਸਿੰਘ ਤੇ ਧਰਮ ਸਿੰਘ, ਇਹਨਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਖੰਡੇ ਦੀ ਪੌਲ ਛਕੀ। ਇਹ ਵੱਜ ਗਏ। ਇੱਕ ਸੋਢੀ ਕੋਠੇ ਕੋ ਕੋਲ, ਇੱਥੇ ਨੇੜੇ ਇੱਕ ਗੁਰੂ ਕਾ ਕੋਠਾ ਸੋਢੀਆਂ ਦਾ ਪਿੰਡ ਸੀ ਬਾਬੇ ਪ੍ਰਿਥੀ ਚੰਦ ਹੋਣਾ ਦਾ। ਉੱਥੇ ਬਾਬੇ ਪ੍ਰਿਥੀ ਚੰਦ ਦੀ ਅੰਸ਼ ਵਿੱਚੋਂ ਕੌਲ ਰਹਿੰਦਾ ਸੀ। ਮਹਾਰਾਜ ਜੀ ਨੇ ਉਹਨੂੰ ਵੀ ਦਰਸ਼ਨ ਦਿੱਤੇ। ਸਾਥ ਪੁੱਤਰ ਅਬੇ ਰਾਮ ਕੋ ਲਿਆਇਓ। ਸੋਢੀ ਕੌਲ ਦਾ ਪੁੱਤਰ ਸੀ ਭਾਈ ਅਪਹਿ ਰਾਮ, ਉਹ ਵੀ ਮਾਰੇ ਚਰਨਾਂ ਵਿੱਚ ਆਇਆ। ਸਤਿਗੁਰ ਉਸ ਪਰ ਪਏ ਦਿਆਲ। ਅਪਹਿ ਰਾਮ ਨੂੰ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਕਿਰਪਾ ਕੀਤੀ। ਖੰਡੇ ਪਾਉਲ ਦੇ ਰੱਖਿਓ ਨਾਲ। ਅਪਹਿ ਰਾਮ ਨੂੰ ਮਹਾਰਾਜ ਜੀ ਨੇ ਖੰਡੇ ਦੀ ਪੌਲ ਛਕਾ ਕੇ ਇਹਨੂੰ ਆਪਣੇ ਨਾਲ ਰੱਖਿਆ, ਇਹਨੂੰ ਆਪਣੀ ਸੰਗਤ ਵਿੱਚ ਰੱਖਿਆ। ਇਤਨੇ ਕੋ ਸਤਿਗੁਰ ਬਾਤ ਸੁਨਾਈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਸੁਣਾਏ। ਹੈ ਭਾਂਡਾ ਵਥ ਪੜੇ ਜੋ ਪਾਈ। ਮਹਾਰਾਜ ਜੀ ਕਹਿੰਦੇ ਭਾਈ ਚੰਗਾ ਭਾਂਡਾ ਹੋਵੇ ਤਾਂ ਉਹਦੇ ਵਿੱਚ ਪਈ ਵਸਤੂ ਟਿਕੀ ਰਹਿੰਦੀ ਹੈ। ਜੇ ਭਾਂਡਾ ਸ਼ੁੱਧ ਨਾ ਹੋਵੇ ਤਾਂ ਪਈ ਵਸਤੂ ਚੰਗੀ ਵੀ ਹੋਵੇ ਤਾਂ ਖੁਆਰ ਹੁੰਦੀ ਹੈ। ਸੋਢੀ ਕੋਲ ਕੋ ਪਾਸ ਸਦਾਵੇਂ। ਸੋਢੀ ਕੌਲ ਮਹਾਰਾਜ ਜੀ ਦੇ ਚਰਨਾਂ ਵਿੱਚ ਅਕਸਰ ਆਉਂਦਾ ਸੀ, ਹਾਜ਼ਰੀ ਭਰਦਾ ਸੀ। ਪ੍ਰਾਤ ਦਰਸ਼ਨ ਪਾਵੇ। ਰੋਜ਼ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਿਆ ਕਰਦਾ ਸੀ। ਕਲਗੀਧਰ ਜੀ ਦੇ ਦੋਹਰਾ ਸਤਿਗੁਰ ਬੈਠ ਸੋ ਦਮ ਦਮੈ, ਲਿਖਨ ਕੜ ਸੁੱਟ ਦੇ। ਵੇਖੋ ਟੂਕ ਟੂਕ ਮਾਤਰੀ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਪੰਕਤੀਆਂ ਲਿਖ ਰਹੇ ਨੇ, ਵਿਸਥਾਰ ਸਹਿਤ ਨਹੀਂ। ਫਿਰ ਮਹਾਰਾਜ ਜੀ ਲਿਖਣਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਾਉਂਦੇ ਤੇ ਲਿਖਣਸਰ ਸਾਹਿਬ ਵਿਖੇ ਕਲਮਾਂ ਘੜ ਕੇ ਜਿਹੜੀਆਂ ਕਲਮਾਂ ਬਚਦੀਆਂ ਨੇ ਘਸ ਜਾਂਦੀਆਂ ਨੇ, ਉਹ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਲਿਖਣਸਰ ਸਰੋਵਰ ਹੈ ਉਹਦੇ ਵਿੱਚ ਪਾਤਸ਼ਾਹ ਜੀ ਪਾ ਦਿੰਦੇ ਹਨ। ਹਮਰੀ ਕਾਸ਼ੀ ਇਹ ਵਹੀ
ਆਏ ਮੂਰਖ ਇਹਾਂ ਪੜੇ। ਔਰ ਲਿਖਣਸਰ ਸਾਹਿਬ ਜਦੋਂ ਆਪ ਜੀ ਦਰਸ਼ਨ ਕਰਦੇ ਹੋ ਦਮਦਮਾ ਸਾਹਿਬ ਸਾਹਮਣੇ ਮਹਾਰਾਜ ਜੀ ਦਾ ਪਾਵਨ ਸਥਾਨ ਗੁਰਦੁਆਰਾ ਲਿਖਣਸਰ ਸਾਹਿਬ ਹੈ, ਉਹਦੇ ਵਿੱਚ ਮਹਾਰਾਜ ਜੀ ਕਲਮਾ ਘੜ ਕੇ ਪਾ ਦਿੰਦੇ ਆ। ਕਲਮਾ ਸੁੱਟ ਕੇ ਨਾ ਵਿੱਚ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਰਹਿ ਕੇ ਸਰੂਪ ਲਿਖਣ ਦੀ ਸੇਵਾ ਕਰਦੇ ਨੇ। ਤੋ ਗਰੀਬ ਨਵਾਜ ਜੀ ਜਿਹੜੀਆਂ ਕਲਮਾਂ ਬਚ ਜਾਂਦੀਆਂ ਉਹ ਜਲ ਵਿੱਚ ਸੁੱਟਦੇ ਆ, ਕਹਿੰਦੇ ਇਹ ਸਾਡੀ ਕਾਂਸ਼ੀ ਹੈ, ਇਹ ਗੁਰੂ ਕੀ ਕਾਂਸ਼ੀ ਹੈ। ਇੱਕ ਕਾਂਸ਼ੀ ਬਨਾਰਸ ਨੂੰ ਕਹਿੰਦੇ ਆ ਨਾ, ਬਨਾਰਸ ਵਾਰਾਣਸੀ ਬਨਾਰਸ ਉਹਨੂੰ ਕਾਂਸ਼ੀ ਕਹਿੰਦੇ, ਕਾਂਸ਼ੀ ਵਿਦਿਆ ਦੀ ਕਾਂਸ਼ੀ ਕਹਿੰਦੇ ਆ। ਮਹਾਰਾਜ ਕਹਿੰਦੇ ਸਾਡੀ ਗੁਰੂ ਕੀ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਹੈ। ਇੱਥੇ ਜਿਹੜੇ ਬੈਲ ਬੁੱਧੀ ਵਾਲੇ ਨੇ ਉਹ ਵੀ ਆ ਕੇ ਪੜ੍ਹ ਕੇ ਗਿਆਨੀ ਹੋਣਗੇ। ਜਿਹੜੇ ਬੈਲ ਬੁੱਧੀ ਵਾਲੇ ਨੇ ਨਾ ਉਹ ਵੀ ਇੱਥੇ ਆ ਕੇ ਪੜ੍ਹ ਕੇ ਗਿਆਨੀ ਹੋਣਗੇ। ਜਿਨ੍ਹਾਂ ਨੂੰ ਕਿਤੇ ਪੜ੍ਹਾਈ ਨਹੀਂ ਫੁਰਦੀ, ਵਿਦਿਆ ਨਹੀਂ ਫੁਰਦੀ, ਉਹ ਇੱਥੇ ਆ ਕੇ ਜਦੋਂ ਹਾਜ਼ਰੀ ਭਰਨਗੇ 35 ਅੱਖਰੀ ਲਿਖਣਗੇ ਤਾਂ 35 ਅੱਖਰੀ ਲਿਖ ਕੇ ਉਹਨਾਂ ਦੀ ਵਿਦਿਆ ਵਿੱਚ ਵਾਧਾ ਹੋਵੇਗਾ। ਹੁਣ ਵੀ ਬਹੁਤ ਸਾਰੇ ਗੁਰਸਿੱਖ ਜਾਂਦੇ ਨੇ ਔਰ 35 ਅੱਖਰੀ ਲਿਖਣ ਦੀ ਉੱਥੇ ਸੇਵਾ ਨਿਭਾਉਂਦੇ। ਤੇ ਅੱਜ ਕੱਲ ਕਈ ਬੱਚੇ ਜਿਨ੍ਹਾਂ ਨੂੰ 35 ਤੋਂ ਪਹਿਲਾਂ ABC ਸਿੱਖਣ ਨੂੰ ਮਿਲੀ ਆ ਸਕੂਲਾਂ 'ਚ, ਇਹ ਵੀ ਦੁਖਾਂਤ ਹੀ ਹੈ ਨਾ ਵੀ 35 ਤੋਂ ਪਹਿਲਾਂ ABC ਸਿੱਖਣ ਨੂੰ ਮਿਲੀ ਆ, ਉਹ ਬੱਚੇ ਉੱਥੇ ABC ਲਿਖ ਕੇ ਆਉਂਦੇ ਆ, ਸਲੇਟਾਂ ਪਈਆਂ ਹੋਈਆਂ ਉੱਥੇ। ਪਾਤਸ਼ਾਹ ਨੇ ਤਾਂ 35 ਅੱਖਰੀ ਲਿਖਣ ਦਾ ਹੁਕਮ ਕੀਤਾ ਸੀ। ਤੋ ਇੱਧਰ ਵੀ ਸੁਚੇਤ ਹੋਣਾ ਪਵੇਗਾ। ਦੂਜੀਆਂ ਭਾਸ਼ਾਵਾਂ ਸਿੱਖੋ ਪਰ ਆਪਣੀ ਮੁੱਖ ਭਾਸ਼ਾ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ ਉਹਦਾ ਸਤਿਕਾਰ ਤੇ ਅਦਬ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ। ਬਾਕੀ ਭਾਸ਼ਾਵਾਂ ਦਾ ਵੀ ਗਿਆਨ ਹੋਵੇ ਪਰ ਸਾਹਿਬ ਦੀ ਜਿਹੜੀ ਭਾਸ਼ਾ, ਮੇਰੇ ਸਾਹਿਬ ਜਿਸ ਭਾਸ਼ਾ 'ਚ ਬੋਲੇ ਨੇ ਜਪਜੀ ਸਾਹਿਬ, ਉਹ ਗੁਰਮੁਖੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖੋਂ ਉਚਰੀ ਹੋਈ, ਉਹਦਾ ਅਦਬ ਉਹਦਾ ਸਤਿਕਾਰ ਸਭ ਤੋਂ ਪਹਿਲੇ ਕਰਨਾ ਚਾਹੀਏ। ਇੱਕ ਮਹਾਂਪੁਰਸ਼ ਜਪਜੀ ਸਾਹਿਬ ਤੋਂ ਪਹਿਲਾਂ ਸਵੇਰੇ ਉੱਠ ਕੇ 35 ਅੱਖਰੀ ਪੜਿਆ ਕਰਦੇ ਸੀ। ਕਿਸੇ ਨੇ ਪੁੱਛਣਾ ਬਾਬਾ ਜੀ ਆਪ ਜੀ ਜਪਜੀ ਸਾਹਿਬ ਤੋਂ ਪਹਿਲਾਂ ਸਵੇਰੇ ਸਵੇਰੇ ਊੜਾ ਐੜਾ ਈੜੀ ਸੱਸਾ ਹਾ ਇਹ 35 ਅੱਖਰੀ ਪੜ੍ਹਦੇ ਹੋ ਤੇ ਜਪਜੀ ਸਾਹਿਬ ਬਾਅਦ 'ਚ ਕਰਦੇ ਹੋ। ਇਹ ਭਾਵਨਾ ਵੇਖੋ। ਉਹ ਕਹਿਣ ਲੱਗੇ ਨਾ 35 ਅੱਖਰਾਂ ਵਿੱਚ ਮੇਰੇ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਹੈ। ਇਹਨਾਂ 35 ਅੱਖਰਾਂ 'ਚ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਤੇ ਮੈਂ ਜਦੋਂ ਸਾਰੇ 35 ਅੱਖਰਾਂ ਦਾ ਜਾਪ ਕਰ ਲੈਣਾ ਤੇ ਮੈਨੂੰ ਇਦਾਂ ਜਾਪਦਾ ਮੈਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਏ। ਤੇ ਫਿਰ ਜਪਜੀ ਵੀ ਪੜ੍ਹਦੇ ਆ, ਬਾਅਦ ਵਿੱਚ ਹੋਰ ਗੁਰਬਾਣੀ ਦਾ ਵੀ ਜਾਪ ਕਰਦੇ। ਸੋ ਕਹਿਣ ਤੋਂ ਭਾਵ ਮਹਾਰਾਜ ਜੀ ਨੇ ਬਚਨ ਕਿਹਾ ਕਿ ਇੱਥੇ ਭਾਈ ਜਿਹੜੇ ਮੂਰਖ ਮੱਤ ਵਾਲੇ ਹੋਣਗੇ, ਜਿਨ੍ਹਾਂ ਦੀ ਵਿਦਿਆ ਨਾ ਜਿਨ੍ਹਾਂ ਨੂੰ ਫੁਰਦੀ ਹੋਵੇਗੀ, ਉਹ ਇਹ ਗੁਰੂ ਕੀ ਕਾਂਸ਼ੀ ਆ ਸ੍ਰੀ ਦਮਦਮਾ ਸਾਹਿਬ, ਇੱਥੇ ਆ ਕੇ ਉਹਨਾਂ ਦੀ ਵਿਦਿਆ ਫੁਰੇਗੀ। ਜੋ ਪਈ ਮਹਾਰਾਜ ਵਾਲੇ ਪੀ ਸਭ ਚੱਲ ਆਏ। ਇੱਧਰ ਜਿਹੜੇ ਮਹਾਰਾਜ ਕੇ ਸਨ, ਮਹਾਰਾਜ ਕਿਹਾ ਪਟਿਆਲੇ ਦੇ ਰਾਜਿਆਂ ਦੇ ਵਡੇਰੇ, ਇਹ ਪੁਰਾਣਾ ਨਗਰ ਮਹਾਰਾਜ 7ਵੇਂ ਪਾਤਸ਼ਾਹ ਦੇ ਸਮੇਂ ਵਸਿਆ। ਤੋ ਇਹ ਵੀ ਇਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਦਮਦਮਾ ਸਾਹਿਬ ਆਏ ਨੇ ਤਾਂ ਇਹ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਭੈਂਸ ਘੋੜੇ ਔਰ ਦਸਵੰਧ ਚੜਾਏ। ਮਈਆਂ ਲੈ ਕੇ ਆਏ, ਦੁੱਧ ਵਾਲੀਆਂ ਘੋੜੇ ਲੈ ਕੇ ਆਏ, ਦਸਵੰਧ ਦੀ ਮਾਇਆ ਮਹਾਰਾਜ ਜੀ ਦੇ ਚਰਨਾਂ 'ਚ ਲਿਆ ਕੇ ਹਾਜ਼ਰ ਕੀਤੀ। ਕੌਲ ਬੇਟੇ ਦੋ ਸਿੰਘ ਪਏ। ਛੋਟੀ ਕੌਲ ਦੇ ਜਿਹੜੇ 2 ਪੁੱਤਰ ਸਨ ਭੈ ਰਾਮ ਹੋਣੀ, ਉਹ ਵੀ ਆਏ। ਰਾਮ ਸਿੰਘ ਉਹ ਤਿਲੋਕਾ ਸਿੰਘ ਸਦਏ। ਤੇ ਇਹ ਜਿਹੜੇ ਮਹਾਰਾਜ ਕੇ ਪਟਿਆਲੇ ਦੇ ਰਾਜਿਆਂ ਦੇ ਵਡੇਰੇ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਭਾਈ ਰਾਮਾ ਤੇ ਦੂਜੇ ਦਾ ਨਾਮ ਭਾਈ ਤਲੋਕਾ ਸੀ। ਇਹਨਾਂ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਸੇਵਾ ਨਿਭਾਈ ਸੀ ਚਮਕੌਰ ਦੀ ਗੜ੍ਹੀ ਵਿੱਚ। ਤੋ ਗੁਰੂ ਚਰਨਾਂ 'ਚ ਹਾਜ਼ਰ ਹੋਏ। ਮਹਾਰਾਜ ਜੀ ਨੇ ਦਮਦਮਾ ਸਾਹਿਬ ਇਹਨਾਂ ਨੂੰ ਖੰਡੇ ਦੀ ਪੌਲ ਛਕਾਈ ਔਰ ਇਹਨਾਂ ਨੂੰ ਖੰਡੇ ਦੀ ਪੌਲ ਛਕਾ ਕੇ ਨਾਮ ਰੱਖਿਆ ਰਾਮ ਸਿੰਘ ਤੇ ਤਰਲੋਕ ਸਿੰਘ। ਤੋ ਗੁਰਦੇਵ ਨੇ ਆਪਣੀ ਗਾਤਰੇ ਦੀ ਸ਼੍ਰੀ ਸਾਹਿਬ ਇਹਨਾਂ ਨੂੰ ਪ੍ਰਦਾਨ ਕੀਤੀ। ਹੁਕਮਨਾਮਾ ਆਪਣਾ ਬਖਸ਼ਿਸ਼ ਕੀਤਾ, ਬਚਨ ਕਿਹਾ ਤੁਹਾਡਾ ਘਰ ਸਾਡਾ ਹੈ।
ਗੁਰੂ ਘਰ ਤੇ ਯਕੀਨ ਭਰੋਸਾ ਰੱਖਣਾ, ਸ਼ਰਧਾ ਰੱਖਣੀ ਹੈ, ਭਾਵਨਾ ਰੱਖਣੀ ਹੈ, ਗੁਰਮਤਿ ਦੇ ਧਾਰਨੀ ਹੋ ਕੇ ਰਹਿਣਾ ਹੈ। ਰਾਜਿਆਂ ਬਾਦਸ਼ਾਹਾਂ ਵਰਗੀ ਜ਼ਿੰਦਗੀ ਨਹੀਂ ਆਪਣੀ, ਉਹ ਜੀ ਜਿਹੜੀ ਵਿਕਾਰੀ ਜ਼ਿੰਦਗੀ ਹੁੰਦੀ ਉਦਾਂ ਦੀ ਨਹੀਂ ਬਤੀਤ ਕਰਨੀ। ਗੁਰਮਤਿ ਦੇ ਧਾਰਨੀ ਹੋ ਕੇ ਗੁਰਬਾਣੀ ਦੇ ਜਾਪ ਦੇ ਵਿੱਚ ਆਪਣਾ ਜੀਵਨ ਬਸਰ ਕਰਨਾ ਹੈ। ਤੋ ਏਦਾਂ ਰਾਮ ਸਿੰਘ, ਤਰਲੋਕ ਸਿੰਘ ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ। ਦੋਹਰਾ ਇੱਕ ਸਮੇਂ ਤੈ ਮਦ ਮੁਲਕ ਹੋਈ ਬਰਖਾ ਕੀ ਲੋੜ। ਮਾਲਵੇ ਦੇ ਇਲਾਕੇ 'ਚ ਇੱਥੇ ਹੀ ਸਤਿਗੁਰਾਂ ਦਾ ਪੜਾਅ ਸੀ ਦਮਦਮਾ ਸਾਹਿਬ। ਜੰਗਲ ਵਿੱਚ ਇੱਕ ਵਾਰੀ ਕਾਲ ਪੈ ਗਿਆ, ਮੀਂਹ ਨਹੀਂ ਸੀ ਪੈਂਦਾ, ਓੜ ਲੱਗੀ ਹੋਈ ਸੀ। ਜਦੋਂ ਔੜ ਲੱਗੀ ਹੋਈ ਆਏ ਗੁਰੂ ਜੀ ਟਿਗ ਖੜੀ ਸਭ ਸੰਗਤ ਹੱਥ ਜੋੜ। ਸੰਗਤ ਨੇ ਆ ਕੇ ਸਤਿਗੁਰਾਂ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਲਗੀਧਰ ਜੀ ਨੂੰ, ਚੋਪਈ ਆਏ ਸਭ ਨੇ ਬਾਤ ਸੁਣਾਈ। ਸੰਗਤ ਜਦੋਂ ਆਈ ਤੇ ਭਾਈ ਡੱਲੇ ਨੇ ਮੂਹਰੇ ਹੋ ਕੇ ਸੰਗਤ ਦੀ ਬੇਨਤੀ ਗੁਰੂ ਚਰਨਾਂ ਵਿੱਚ ਕੀਤੀ। ਆਖਿਆ ਮਹਾਰਾਜ ਸੰਗਤ ਆਈ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੀ ਹੈ, ਮੰਗਨ ਬਰਖਾ ਸੰਗਤ ਆਈ। ਮਹਾਰਾਜ ਮੀਂਹ ਮੰਗਦੀ ਆ ਸੰਗਤ। ਇਲਾਕੇ ਦੇ ਲੋਕ ਕਹਿੰਦੇ ਆ ਮਹਾਰਾਜ ਮੀਂਹ ਪੈ ਜਾਵੇ ਤਾਂ ਜੋ ਫਸਲਾਂ ਹਰੀਆਂ ਭਰੀਆਂ ਹੋ ਜਾਣ, ਪਾਣੀ ਦੀ ਕਿੱਲਤ ਦੂਰ ਹੋ ਜਾਵੇ। ਸਤਿਗੁਰ ਕੀ ਅਰਦਾਸ ਕਰਾਏ। ਮਹਾਰਾਜ ਜੀ ਤੁਹਾਡੇ ਚਰਨਾਂ 'ਚ ਆ ਕੇ ਅਰਦਾਸ ਬੇਨਤੀ ਕਰਾਉਂਦੇ ਹਨ। ਭਾਈ ਬਰਖਾ ਬੋ ਤਬ ਹੀ ਆਏ। ਗੁਰਦੇਵ ਨੇ ਬਚਨ ਕੀਤਾ, ਗੁਰਦੇਵ ਦੇ ਹੁਕਮ 'ਚ ਆ ਗੁਰੂ ਖਾਲਸਾ ਜੀ, ਇਸ ਮੇਘਾ ਹੱਥ ਕਿਛ ਨਾਹੀਂ। ਇਸ ਮੇਘ ਦੇ ਹੱਥ ਵਿੱਚ ਨਹੀਂ ਹੈ ਕੁਝ, ਇਹ ਵੀ ਮੇਰੇ ਸਤਿਗੁਰਾਂ ਦੇ ਹੁਕਮ ਦਾ ਬੱਧਾ ਹੋਇਆ। ਪਾਤਸ਼ਾਹ ਦਾ ਹੁਕਮ ਵਰਤਿਆ, ਆਖਿਆ ਇੰਦਰ ਨੂੰ ਕਹੋ ਮੀਂਹ ਪਾਵੇ, ਨਾਲੇ ਜੁੱਤੀਆਂ ਮਾਰੋ ਆਕਾਸ਼ ਵੱਲ ਨੂੰ ਵਗਾ ਕੇ, ਆਖੋ ਇੰਦਰ ਤੈਨੂੰ ਕਲਗੀਧਰ ਦਾ ਹੁਕਮ ਹੈ ਮੀਂਹ ਪਾ। ਹੁਕਮ ਹੋਇਆ, ਕਹਿੰਦੇ ਮੀਂਹ ਵਰਸਿਆ। ਸਤਿਗੁਰ ਬੈਠ ਦਮਦਮੈ ਆਏ। ਮਹਾਰਾਜ ਜੀ ਸ੍ਰੀ ਦਮਦਮਾ ਸਾਹਿਬ ਆਣ ਕੇ ਬੈਠ ਗਏ। ਮੀਂਹ ਇੰਨਾ ਪਿਆ ਵੀ ਮੀਂਹ ਹੱਦੋਂ ਵੱਧ ਜਦੋਂ ਹੋ ਗਿਆ, ਤਾਲ ਲੋਕਾਂ ਦੇ ਘਰਾਂ 'ਚ ਪਾਣੀ ਆਉਣ ਲੱਗ ਪਿਆ, ਕੱਚੇ ਘਰਾਂ ਦੀਆਂ ਛੱਤਾਂ ਡਿੱਗਣ ਲੱਗੀਆਂ। ਆ ਕੇ ਕਹਿੰਦੇ ਮਹਾਰਾਜ ਹੁਣੇ ਮੀਂਹ ਬੰਦ ਕਰਾਓ। ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਪਵਾਣ ਨੂੰ ਕਿਹਾ ਸੀ, ਹੁਣ ਇਹ ਤਾਂ ਉਦੋਂ ਤੱਕ ਪੈਂਦਾ ਰਹਿਣਾ ਜਦੋਂ ਤੱਕ ਹੁਣ ਦੁਬਾਰਾ ਹੁਕਮ ਨਹੀਂ ਹੁੰਦਾ ਬੰਦ ਹੋਣ ਦਾ। ਕਹਿੰਦੇ ਜਿਵੇਂ ਪਾਣ ਦਾ ਹੁਕਮ ਹੋਇਆ ਉਦਾਂ ਕਹੋ ਇਹ ਇੰਦਰ ਹੁਣ ਬੰਦ ਕਰ, ਬਸ ਕਰ। ਉਸੇ ਤਰ੍ਹਾਂ ਹੀ ਕਹਿੰਦੇ ਏਦਾਂ ਫਿਰ ਉਹ ਮੀਂਹ ਪੈਣੋਂ ਬੰਦ ਹੋਇਆ। ਕਲਗੀਧਰ ਪਾਤਸ਼ਾਹ ਜੀ ਦਮਦਮਾ ਸਾਹਿਬ ਇੱਕ ਦਿਨ ਬੈਠੇ ਹਨ। ਕਹਿਓ ਗੁਰੂ ਉਨ ਅੱਖੀਂ ਦਿਖਾਏ। ਮਹਾਰਾਜ ਜੀ ਬੈਠੇ ਤੇ ਮਾਲਵੇ ਦੀ ਇਹ ਸੰਗਤ ਬੈਠੀ, ਸਤਿਗੁਰਾਂ ਕੋਲ ਭਾਈ ਡੱਲਾ ਵੀ ਬੈਠਾ। ਕਲਗੀਧਰ ਪਾਤਸ਼ਾਹ ਕਹਿੰਦੇ ਓ ਵੇਖੋ ਨਿਗਾਹ ਮਾਰੋ ਦੂਰ। ਏਦਾਂ ਪਾਤਸ਼ਾਹ ਬੋਲੇ, ਦੇਖੋ ਇਹਾਂ ਆਵਗ ਦਰਿਆ। ਮਹਾਰਾਜ ਜੀ ਕਹਿੰਦੇ ਓ ਵੇਖੋ ਦਰਿਆ ਵਗਦੇ ਆਉਂਦੇ, ਉਹ ਵੇਖੋ ਨਦੀਆਂ ਵਹਿੰਦੀਆਂ ਆਉਂਦੀਆਂ ਜਲ ਦੀਆਂ। ਹਾਂਜੀ ਭੂਮ ਪੁਵਗਏ ਮਾਲਵੇ ਆਏ। ਮਹਾਰਾਜ ਜੀ ਕਹਿੰਦੇ ਮਾਲਵੇ ਦੀ ਭੂਮੀ ਹੋ ਗਈ ਹੈ, ਇਹ ਜੰਗਲ ਦਾ ਇਲਾਕਾ ਹੁਣ ਇਹ ਮਾਲਵਾ ਹੋ ਗਿਆ। ਵੈਸੇ ਉਜੈਨ ਦਾ ਜਿਹੜਾ ਇਲਾਕਾ ਹੈ ਨਾ, ਉਜੈਨ ਦਾ ਉੱਪਰੇ ਦੱਖਣ ਦਿਸ਼ਾ ਵਿੱਚ, ਉਸ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ ਕਿ ਉੱਥੋਂ ਦੀ ਜਿਹੜੀ ਜ਼ਮੀਨ ਹੈ ਉੱਥੇ ਬਹੁਤ ਸਾਰੀਆਂ ਫਸਲਾਂ ਵਗੈਰਾ ਹੁੰਦੀਆਂ ਨੇ, ਉਹਨੂੰ ਮਾਲਵਾ। ਮਹਾਰਾਜ ਜੀ ਕਹਿੰਦੇ ਸਾਡਾ ਮਾਲਵਾ ਇਹ ਜੰਗਲ ਹੈ। ਪਾਤਸ਼ਾਹ ਕਹਿੰਦੇ ਮਾਲਵਾ ਹੋਵੇਗਾ, ਉਹ ਵੇਖੋ ਨਦੀਆਂ ਵਗਦੀਆਂ, ਦਰਿਆ ਵਗਦੇ ਨੇ। ਸੁਨ ਬਚ ਜੰਗਲਨ ਦੀਨੋ ਮੋੜ। ਜਿੰਨੇ ਕੁਝ ਬੈਠੇ ਲੋਕ ਮਹਾਰਾਜ ਜੀ ਦੇ ਬਚਨ ਇਹਨਾਂ ਨੇ ਮੋੜ ਦਿੱਤੇ। ਜਲ ਜਾਓਗ ਕਲ ਆਪਣੀ ਠੋੜ। ਮੀਂਹ ਪੈ ਕੇ ਹਟਿਆ ਸੀ ਨਾ ਤਾਜ਼ਾ ਤਾਜ਼ਾ, ਤੇ ਪਾਣੀ ਰੁਕਿਆ ਹੋਇਆ ਸੀ। ਕਹਿੰਦੇ ਮਹਾਰਾਜ ਇਹ ਮੀਂਹ ਕਰਕੇ ਰੁਕਿਆ ਪਾਣੀ, ਕੱਲ ਨੂੰ ਲੱਭਣਾ ਕੋਈ ਨਹੀਂ, ਇਹਨੇ ਸਾਰੇ ਨੇ ਸਮਾਪਤ ਹੋ ਜਾਣਾ। ਮਹਾਰਾਜ ਜਲ ਬਾੜ ਆਈ ਹੋਈ ਆ, ਮਹਾਰਾਜ ਜਿਹੜੀ ਜਲ ਦੀ ਮੀਂਹ ਦਾ ਪਾਣੀ ਹੈ ਵੀ ਇਹ ਕੱਲ ਨੂੰ ਨਿਕਲ ਜਾਣਾ। ਫਿਰ ਸਤਿਗੁਰ ਉਨ ਬਚਨ ਸੁਨਾਏ। ਸਤਿਗੁਰੂ ਜੀ ਫਿਰ ਬੋਲੇ, ਕਹਿਣ ਲੱਗੇ ਹਮ ਚਾਹੇ ਮਾਲਵੇ ਬਣਵਾਏ। ਮਹਾਰਾਜ ਜੀ ਕਹਿੰਦੇ ਆ ਭਾਈ ਅਸੀਂ ਇਸ ਜੰਗਲ ਨੂੰ ਮਾਲਵਾ ਬਣਾਉਣਾ ਚਾਹੁੰਦੇ ਹਾਂ। ਕਮਾਦ ਕਣਕ ਚਾਵਲ ਬਿਜਵਾਏ। ਮਹਾਰਾਜ ਜੀ ਕਹਿੰਦੇ ਅਸੀਂ ਚਾਹੁੰਦੇ ਜੰਗਲ ਦੇ ਇਸ ਇਲਾਕੇ 'ਚ ਕਮਾਦ ਹੋਵੇ, ਕਣਕ ਹੋਵੇ, ਚੌਲ ਹੋਣ,
ਹਰ ਤਰ੍ਹਾਂ ਦੀ ਫਸਲ ਇਸ ਇਲਾਕੇ ਵਿੱਚ ਹੋਵੇ। ਸਰਹੰਦ ਭੂਮ ਕੀ ਬਰਕਤ ਜਮਾਏ। ਜਿਹੜੀ ਸਰਹੰਦ ਦੇ ਵਿੱਚ ਫਸਲ ਹੁੰਦੀ ਹੈ, ਸਰਹੰਦ ਦੇ ਇਲਾਕੇ 'ਚ ਫਸਲ ਵਧੀਆ ਹੁੰਦੀ ਸੀ ਉਹਨਾਂ ਦਿਨਾਂ 'ਚ। ਮਹਾਰਾਜ ਕਹਿੰਦੇ ਉਹ ਜਿੰਨੀ ਬਰਕਤ ਹੈ ਸਾਰੀ ਅਸੀਂ ਇੱਥੇ ਮਾਲਵੇ 'ਚ ਲਿਆਉਣੀ ਹੈ, ਇੱਥੇ ਜੰਗਲ ਦੇ ਇਲਾਕੇ 'ਚ ਲੈ ਕੇ ਆਉਣੀ ਹੈ। ਤਉ ਡੱਲੇ ਸਿੰਘ ਮੋੜੀ ਬਾਤ। ਭਾਈ ਡੱਲੇ ਨੇ ਅੱਗੋਂ ਬਚਨ ਮੋੜ ਦਿੱਤਾ, ਆਖਿਆ ਮਹਾਰਾਜ ਫਸਲਾਂ ਹੋਈਆਂ ਤੇ ਰਾਜਿਆਂ ਨੇ ਆ ਕੇ ਸਾਡੇ ਕੋਲੋਂ ਕਰ ਮੰਗਣਾ ਕਰਨਾ, ਇਸ ਕਰਕੇ ਮਹਾਰਾਜ ਸਾਨੂੰ ਤਾਂ ਮੋਠ ਬਾਜਰੀ ਠੀਕ ਹੈ ਇੱਥੇ ਹੁੰਦੀ ਹੈ, ਜਵਾਰ ਬਾਜਰਾ ਹੋ ਜਾਂਦਾ ਮਹਾਰਾਜ, ਜਵਾਰ ਹੋ ਜਾਂਦੀ ਹੈ, ਮੱਕੀ ਹੋ ਜਾਂਦੀ ਹੈ, ਉਹ ਖਾ ਲਿਆ ਕਰਾਂਗੇ ਸਤਿਗੁਰੂ ਜੀ। ਤੋ ਮਹਾਰਾਜ ਜੀ ਦਾ ਬਚਨ ਏਦਾਂ ਮੋੜ ਦਿੱਤਾ, ਹਮ ਮੋਠ ਬਾਜਰੀ ਭਲੋ ਲਗਾਤ। ਮਹਾਰਾਜ ਸਾਡੇ ਤਾਂ ਇੱਥੇ ਮੋਠ ਬਾਜਰੀ ਬਥੇਰੀ ਹੁੰਦੀ ਹੈ, ਉਹੀ ਸਾਨੂੰ ਭਲੀ ਹੈ। ਦੋਹਰਾ ਤੋ ਸਤਿਗੁਰ ਗੁੱਸੋ ਕੀਓ ਤੁਮ ਮਾਰੇ ਜੰਗਲੀ ਥਾਈ। ਮਹਾਰਾਜ ਜੀ ਕਹਿੰਦੇ ਡੱਲਿਆ ਤੁਸੀਂ ਉਹ ਜੰਗਲੀਆਂ ਵਾਲੀ ਬਾਤ ਕਰ ਦਿੱਤੀ ਹੈ, ਅਸੀਂ ਬਖਸ਼ਿਸ਼ਾਂ ਕਰ ਰਹੇ ਹਾਂ ਤੇ ਤੁਸੀਂ ਉਹ ਬਖਸ਼ਿਸ਼ਾਂ ਨਹੀਂ ਲੈਂਦੇ। ਹਮ ਭੂਮ ਬਨਾਵਨ ਮਾਲਵਾ ਨਿਹਾਲ ਜਾਵੇਂ ਤੁਮੇ ਕਰਾਏ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਇਹ ਮਾਲਵੇ ਦੀ ਭੂਮੀ ਬਣਾਉਣੀ ਹੈ ਤੇ ਤੁਹਾਨੂੰ ਨਿਹਾਲ ਕਰਨਾ, ਤੇ ਤੁਸੀਂ ਅੱਗੋਂ ਬਚਨ ਮੋੜਦੇ ਹੋ। ਕਹਿੰਦੇ ਉਹ ਪਾਤਸ਼ਾਹ ਕਹਿੰਦੇ ਜੇ 7 ਬਚਨ ਕਹਿੰਦੇ ਤੇ ਹੁਣੇ ਹੀ ਹੋ ਜਾਂਦਾ ਸਭ ਕੁਝ, ਪਰ ਹੁਣ ਆਉਣ ਵਾਲੇ ਸਮੇਂ ਵਿੱਚ ਇਹ ਬਚਨ ਸੱਚ ਹੋਣਗੇ। ਜਦੋਂ ਭਾਈ ਰਤਨ ਸਿੰਘ ਹੋਣਾ ਨੇ ਕਥਾ ਲਿਖੀ ਆ, ਉਹਨਾਂ ਦਿਨਾਂ ਵਿੱਚ ਵੀ ਇੱਧਰ ਪਾਣੀ ਨਹੀਂ ਸੀ ਹੁੰਦਾ, ਉਹਨਾਂ ਦਿਨਾਂ ਵਿੱਚ ਵੀ ਇੱਥੇ ਜੰਗਲ ਦੇ ਇਲਾਕੇ 'ਚ ਬਹੁਤੀਆਂ ਫਸਲਾਂ ਨਹੀਂ ਸਨ ਹੁੰਦੀਆਂ। ਸਮਾਂ ਪਾ ਕੇ ਜਿਵੇਂ ਅੰਗਰੇਜ਼ ਕਾਬਜ ਹੋਏ, ਉਹਨਾਂ ਨੇ ਨਹਿਰਾਂ ਇਸ ਪਾਸੇ ਨੂੰ ਕੱਢੀਆਂ, ਤੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਸਾਰਾ ਜੰਗਲ ਦਾ ਇਲਾਕਾ ਮਾਲਵਾ ਹੋਇਆ। ਪਾਤਸ਼ਾਹ ਕਹਿੰਦੇ 7 ਬਚਨ ਕਹਿੰਦਾ ਹੁਣੇ ਹੋ ਜਾਂਦਾ, ਹੁਣ 150 ਸਾਲ ਲੱਗ ਜਾਣਾ ਇਹਨੂੰ ਮਾਲਵਾ ਹੋਣ ਤੋਂ। ਏਦਾਂ ਗਰੀਬ ਨਵਾਜ ਪਾਤਸ਼ਾਹ ਨੇ ਬਚਨ ਕਰਕੇ ਵਰ ਦਿੱਤੇ। ਦੋਹਰਾ ਸਤਿਗੁਰ ਤਲਵੰਡੀ ਖੜੇ ਧਿਆਨ ਸੁਕੇਤ ਲਗਾਏ। ਕਲਗੀਧਰ ਪਾਤਸ਼ਾਹ ਜੀ ਤਲਵੰਡੀ ਖੜੇ ਨੇ ਤੇ ਮਹਾਰਾਜ ਜੀ ਆਪਣੇ ਧਿਆਨ ਦੇ ਵਿੱਚ ਮਗਨ ਹੋਏ ਹਨ। ਆਏ ਦੱਖਣੋਂ ਇੱਕ ਸਿੱਖ ਕਈ ਪਇਓ ਨੌਰੰਗ ਦੋ ਜਕਰਾਏ। ਦੇਖਿਆ ਕਿ ਸਿੱਖ ਆ ਰਿਹਾ ਹੈ, ਉਧਰੋਂ ਭਾਈ ਦਇਆ ਸਿੰਘ ਹੁਣਾਂ ਨੂੰ ਭੇਜਿਆ ਸੀ ਜਫਰਨਾਮਾ ਦੇ ਕੇ ਵੀ ਉਹ ਆ ਰਹੇ ਨੇ ਕਿ ਨੌਰੰਗਾ ਜਿਹੜਾ ਪਾਪੀ ਹੈ ਉਹ ਜਫਰਨਾਮਾ ਪੜ੍ਹ ਕੇ ਚਾਲੇ ਮਾਰ ਗਿਆ। ਚੌਪਈ ਸੁਨ ਸਤਿਗੁਰਿਓ ਬਚਨੀ ਉਚਾਰੇ। ਮਹਾਰਾਜ ਜੀ ਨੇ ਵਿਚਾਰ ਕੀਤੀ ਤੇ ਬੋਲੇ, ਉਸ ਲੜਾਏ ਸੁਤ ਦਏ ਮਾਰੇ। ਮਹਾਰਾਜ ਜੀ ਕਹਿੰਦੇ ਹੁਣ ਰੰਗੇ ਦੇ ਪੁੱਤਰਾਂ ਦਾ ਸਜਾਦਿਆਂ ਦਾ ਜੰਗ ਕਰਾਈਏ, ਉਹਨਾਂ ਦੀ ਲੜਾਈ ਕਰਾਈਏ ਹੁਣ ਆਪਸ ਵਿੱਚ। ਅਬ ਦੱਖਣ ਕੀ ਕਰੀਏ ਚੜਾਈ। ਨਾਮ ਲੜੂ ਨਾ ਫੌਜ ਲੜਾਉ ਵਾਲੀ ਖੇਡ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਲੋ ਖਾਲਸਾ ਜੀ ਹੁਣ ਦੱਖਣ ਦਿਸ਼ਾ ਨੂੰ ਚੱਲੀਏ। ਇਮ ਸਿੰਘਨ ਗੁਰ ਉਚਰ ਸੁਨਾਈ। ਏਦਾਂ ਜਦੋਂ ਸਤਿਗੁਰਾਂ ਨੇ ਦੱਖਣ ਦਿਸ਼ਾ ਜਾਣ ਵਾਸਤੇ ਬਚਨ ਕਹੇ। ਦੋਹਰਾ ਸਤਿਗੁਰ ਆਖਿਓ ਡਲ ਸਿੰਘਾ ਚੱਲ ਤੂੰ ਹਮਰੇ ਨਾਲ। ਮਹਾਰਾਜ ਜੀ ਕਹਿੰਦੇ ਚੱਲ ਡਲ ਸਿੰਘਾ ਸਾਡੇ ਤੋਂ ਨਾਲ ਤੂੰ ਵੀ ਚੱਲ। ਤੁਮ ਕੋ ਦਿੱਲੀ ਪਤ ਕਰੋ ਓ ਪਤੀ ਦਿੱਲੀ ਗਾਲ। ਮਹਾਰਾਜ ਜੀ ਕਹਿੰਦੇ ਚੱਲ ਤੈਨੂੰ ਦਿੱਲੀ ਦਾ ਬਾਦਸ਼ਾਹ ਬਣਾਈਏ। ਤੇ ਰੰਗੇ ਦੇ ਜਿਹੜੇ ਪੁੱਤ ਨੇ ਉਹ ਤਾਂ ਲੜ ਕੇ ਮਰ ਜਾਣੇ ਆ, ਮੁੱਕ ਜਾਣੇ ਆਪਸ ਵਿੱਚ, ਤੈਨੂੰ ਅਸੀਂ ਦਿੱਲੀ ਦਾ ਬਾਦਸ਼ਾਹ ਬਣਾਵਾਂਗੇ ਔਰ ਜਿਹੜਾ ਦਿੱਲੀ ਦਾ ਬਾਦਸ਼ਾਹ ਇਸ ਵੇਲੇ ਉਹਨੂੰ ਗਾਲ ਦੇਾਂਗੇ, ਖਤਮ ਕਰ ਦੇਾਂਗੇ। ਚੌਪਈ ਟਿਗ ਡੱਲੇ ਥੋ ਖੜੋ ਲਘੂ ਭਰਾਤ। ਡੱਲੇ ਦਾ ਭਰਾ ਖੜਾ ਸੀ ਲਾਗੇ ਛੋਟਾ, ਉਹ ਕੋਲੋਂ ਬੋਲਿਆ ਕਹੀ ਡੱਲੇ ਵੱਲ ਮੋੜ ਮੁਖ ਬਾਤ। ਕੋਲੇ ਜੀ ਨਾ ਕੰਨ 'ਚ ਡੱਲੇ ਦੇ ਸਾਹਮਣੇ ਤਾਂ ਨਹੀਂ ਬੋਲਿਆ, ਡੱਲਾ ਤਾਂ ਸ਼ਰਧਾਲੂ ਸੀ ਪਰ ਉਹਦਾ ਭਰਾ ਸੀ ਕੋਈ ਸ਼ਰੀਕੇ ਚੋਂ। ਤੇ ਉਹ ਮਹਾਰਾਜ ਜੀ ਦੇ ਬਚਨ ਸੁਣ ਕੇ ਤੇ ਡੱਲੇ ਦੇ ਕੰਨ 'ਚ ਬੋਲਿਆ ਦਿਓ ਗੋ ਪਾਤਸ਼ਾਹੀ ਤੁਧ ਪੀ ਐਸੀ। ਕਹਿੰਦੇ ਡੱਲਿਆ ਨਾ ਜਾਈ, ਤੈਨੂੰ ਵੀ ਇਹੋ ਜੀ ਪਾਤਸ਼ਾਹੀ ਦੇਣਗੇ ਗੁਰੂ ਜੀ। ਨਿਜ ਪੁੱਤਰਨ ਕੋ ਦੀਨੀ ਜੈਸੀ। ਇਹੋ ਜੀ ਪਾਤਸ਼ਾਹੀ ਇਹਨਾਂ ਨੇ ਆਪਣੇ ਪੁੱਤਰਾਂ ਚਾਰਾਂ ਨੂੰ ਦਿੱਤੀ ਹੈ।
ਏਦਾਂ ਦੀ ਪਾਤਸ਼ਾਹੀ ਦੇਣਗੇ ਡੱਲਿਆ ਤੈਨੂੰ। ਯਹੀ ਗੱਲ ਗੁਰਪੁੱਤਰ ਸੁਣੀ। ਪਾਤਸ਼ਾਹ ਜੀ ਨੇ ਬਚਨ ਮਹਾਰਾਜ ਜੀ ਕੋਲੋਂ ਕਿਹੜਾ ਭੁੱਲੇ ਸਨ, ਭਵੇਂ ਕੰਨ 'ਚ ਕਹਿੰਦਾ ਪਾਤਸ਼ਾਹ ਜਾਣ ਗਏ। ਬੋਲਿਓ ਗੁਰ ਸੰਗ ਵੋ ਸਿਰ ਧੁਨੀ। ਉਹ ਕੋਲੋਂ ਬੋਲਿਆ ਮੈਂ ਰਿਓ ਬਹੁਤ ਬਾਰ ਸਮਝਾਏ। ਮਹਾਰਾਜ ਜੀ ਦਾ ਸਿੰਘ ਖੜਾ ਸੀ ਲਾਗੇ, ਉਹਨੇ ਸੁਣ ਲਈ ਜਦੋਂ ਡੱਲੇ ਨੂੰ ਕਹਿ ਰਿਹਾ ਸੀ ਨਾ ਕੰਨ 'ਚ, ਲਾਗੇ ਸਿੰਘ ਖੜਾ ਸੀ, ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਕਲਗੀਧਰ ਜੀ। ਉਹਦੇ ਇੱਕਦਮ ਸੀਨੇ 'ਚ ਖੁੱਭ ਗਈ ਜਦੋਂ ਇਹ ਗੱਲ ਉਹਨੇ ਕਹੀ ਨਾ ਡੱਲੇ ਦੇ ਭਰਾ ਨੇ, ਵੀ ਉਦਾਂ ਦੀ ਪਾਤਸ਼ਾਹੀ ਦੇਗਾ ਤੈਨੂੰ ਜਿਹੋ ਜਿਹੇ ਨੇ ਆਪਣੇ ਪੁੱਤਰਾਂ ਨੂੰ ਦਿੱਤੀ ਹੈ। ਸੜ ਗਿਆ ਸਿੰਘ ਦਾ ਕਲੇਜਾ ਇੱਕਦਮ। ਮਹਾਰਾਜ ਜੀ ਨੂੰ ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਜੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ, ਇਹ ਜੰਗਲੀ ਬਿਰਤੀ ਦੇ ਲੋਕ ਨੇ। ਛੇੜ ਜਟਨ ਕਖ ਲਿਓ ਕਹਾਏ। ਮਹਾਰਾਜ ਇਹਨਾਂ ਨੂੰ ਕੀ ਨਾ ਕੋਲ ਵੇਖੋ, ਆਹੀ ਕਹਾਣਾ ਸੀ ਨਾ, ਤੁਸੀਂ ਇਹਨਾਂ ਤੇ ਬਖਸ਼ਿਸ਼ਾਂ ਕਰ ਰਹੇ ਹੋ, ਇਹ ਵੇਖੋ ਅੱਗੋਂ ਕਿਹੋ ਜਿਹੇ ਬੋਲ ਬੋਲਦੇ ਐ। ਮਹਾਰਾਜ ਸੁਣ ਕੇ ਸਾਡਾ ਸੀਨਾ ਫਟਦਾ। ਇਹ ਜੰਗਲੀ ਜੱਟ ਗੁਣ ਨਿਤ ਨਵੇਂ ਚਾਹੀ। ਇਹ ਜੰਗਲੀ ਨੇ ਮਹਾਰਾਜ, ਸੱਚੇ ਪਾਤਸ਼ਾਹ ਨਾ ਜੰਗਲੀ ਰਹਿਣਾ, ਤੁਸੀਂ ਬਖਸ਼ਿਸ਼ਾਂ ਕਰਦੇ ਹੋ, ਇਹ ਨਿਤ ਨਵੇਂ ਗੁਣ ਚਾਹੁੰਦੇ ਐ। ਪੀ ਪਿੱਛੋਂ ਨਿੰਦਾ ਸੁਣਵਾਵੇਂ। ਇਹ ਤੁਹਾਡੀ ਪਿੱਠ ਪਿੱਛੋਂ ਨਿੰਦਾ ਸੁਣਾਉਂਦੇ ਹੋਣਗੇ, ਇਦਾਂ ਹੀ ਜਿਵੇਂ ਅੱਜ ਕੀਤੀ ਹੈ। ਕਿਉਂ ਗੁਰ ਹਮ ਜੱਟ ਛੇੜੈ ਕਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਅਸੀਂ ਨਹੀਂ ਕੋਈ ਇਹਨਾਂ ਦਾ ਛੇੜਾ ਛੇੜਿਆ। ਪ੍ਰੋਤ ਕਿਓ ਪੁੱਤ ਲਏ ਮੂਏ ਅਖਵਾਏ। ਮਹਾਰਾਜ ਜੀ ਕਹਿੰਦੇ, ਸਿੰਘਾ ਕੀ ਗੱਲ ਹੈ? ਸਤਿਗੁਰੂ ਜਾਣਦੇ ਤਾਂ ਸੀ ਵੀ ਇਹਨੇ ਕੀ ਬੋਲਿਆ। ਮਹਾਰਾਜ ਜੀ ਕਹਿੰਦੇ, ਸਿੰਘਾ ਕੀ ਗੱਲ ਹੈ ਵੀ ਤੂੰ ਇਹ ਗੱਲ ਕਿਉਂ ਕਹਿਣਾ, ਇਹਨਾਂ ਨੂੰ ਜੰਗਲੀ ਕਹਿਣਾ? ਉਹ ਅੱਗੋਂ ਬੋਲਿਆ, ਮਹਾਰਾਜ ਜੀ ਇਹ ਕਹਿੰਦਾ ਗੁਰੂ ਨੇ ਆਪਣੇ ਪੁੱਤ ਮਰਵਾ ਲਏ ਨੇ, ਏਦਾਂ ਬੋਲਦਾ ਮਹਾਰਾਜ ਜੀ ਇਹ। ਸਤਿਗੁਰ ਕਈ ਪੁੱਤਰ ਇਸ ਮਰ ਗਏ। ਪਾਤਸ਼ਾਹ ਕਹਿੰਦੇ, ਸਾਡੇ ਕਾਹਨੂੰ ਪੁੱਤ ਮਰਨੇ ਆ, ਪੁੱਤ ਤਾਂ ਇਹਦੇ ਮਰ ਗਏ ਨੇ। ਕਲਗੀਧਰ ਪਾਤਸ਼ਾਹ ਕਹਿੰਦੇ, ਪੁੱਤ ਤਾਂ ਇਹਦੇ ਮਰ ਗਏ ਨੇ। ਕਿਉਂ? ਅੱਗੇ ਦੱਸਦੇ ਨੇ, ਹਮ ਸਿੱਖ ਪੂਤ ਸੁਠਾਂਡੇ ਪਏ। ਮੇਰੇ ਤਾਂ ਸਿੱਖ ਮੇਰੇ ਪੁੱਤਰ ਨੇ, ਮੇਰੇ ਕੋਲ ਖੜੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਹਿੰਦਾ ਵੀ ਗੁਰੂ ਨੇ ਆਪਣੇ ਪੁੱਤ ਮਰਵਾ ਲਏ। ਮਹਾਰਾਜ ਕਹਿੰਦੇ, ਮੇਰੇ ਪੁੱਤ ਤਾਂ ਖੜੇ ਨੇ, ਮੇਰੇ ਸਿੱਖ ਨੇ, ਇਹਦੇ ਮਰਨ ਪੁੱਤਰ ਇਹਦੇ ਮਰ ਗਏ ਨੇ, ਸਾਡੇ ਥੋੜੀ ਮਰੇ ਨੇ। ਸਾਡੇ ਤਾਂ ਲੱਖਾਂ ਕਰੋੜਾਂ ਪੁੱਤ ਨੇ, ਉਹਨਾਂ ਲੱਖਾਂ ਕਰੋੜਾਂ ਪੁੱਤਾਂ ਤੋਂ 4 ਕੁਰਬਾਨ ਕੀਤੇ ਨੇ। ਹਾਂਜੀ, ਇਤਨੀ ਕਹਿਨ ਤੁਰਤ ਡੱਲੇ ਪੁੱਤ ਮਰਾ। ਇੰਨੀ ਕਹਿਣ ਦੀ ਦੇਰੀ ਸੀ, ਡੱਲੇ ਦਾ ਵੀ ਪੁੱਤ, ਡੱਲੇ ਦਾ ਵੀ ਪਰਿਵਾਰ ਸਮਾਪਤ ਹੋ ਗਿਆ ਸੀ। ਉਹ ਕਥਾ ਵਿਸਥਾਰ ਵਾਲੀ ਪਿੱਛੇ ਤੁਸੀਂ ਗੁਰਪ੍ਰਤਾਪ ਚ ਸੁਣ ਆਏ ਹੋ। ਜਿਹਨੇ ਗੱਲ ਕਹੀ ਉਹਦਾ ਵੀ ਪੁੱਤ ਮਰ ਗਿਆ, ਇੱਕੋ ਇੱਕ ਸੀ। ਤਬ ਡੇਰਾ ਗੁਰ ਕੂਚੈ ਕਰਾ। ਮਹਾਰਾਜ ਜੀ ਨੇ ਦਮਦਮਾ ਸਾਹਿਬ ਤੋਂ ਹੁਣ ਚਾਲਾ ਮਾਰਿਆ ਦੱਖਣ ਨੂੰ। ਦੋਹਰਾ 9 ਮਹੀਨੇ ਤੇ 9 ਦਿਨੇ ਤਲਵੰਡੀ ਰਖੇ ਮੁਕਾਮ। 9 ਮਹੀਨੇ ਤੇ 9 ਦਿਨ ਸਤਿਗੁਰੂ ਜੀ ਨੇ ਤਲਵੰਡੀ ਸ੍ਰੀ ਦਮਦਮਾ ਸਾਹਿਬ ਵਿਖੇ ਆਪਣਾ ਡੇਰਾ ਰੱਖਿਆ। ਡੇਰਾ ਤੋਰ ਰੁਖ ਦੱਖਣ ਛੱਡ ਤੁਰਕਨ ਵੱਡ ਥਾਮ। ਔਰ ਪਾਤਸ਼ਾਹ ਨੇ ਦੱਖਣ ਦਿਸ਼ਾ ਵਾਲੇ ਪਾਸੇ ਨੂੰ ਡੇਰਾ ਕੀਤਾ। ਔਰ ਇਧਰ ਤੁਰਕਾਂ ਬਾਰੇ ਮਹਾਰਾਜ ਜੀ ਨੂੰ ਪਤਾ ਸੀ ਕਿ ਔਰੰਗਾ ਵੀ ਮਰ ਗਿਆ ਹੈ। ਚੋਪਈ ਡੱਲਾ ਗੁਰ ਤੇ ਬੇਮੁਖ ਪਇਓ। ਡੱਲਾ ਮਹਾਰਾਜ ਜੀ ਨਾਲ ਗਿਆ, ਉਹ ਵੀ ਰਸਤੇ 'ਚ ਜਾ ਕੇ ਬੇਮੁਖ ਹੋ ਗਿਆ। 2-3 ਡਰਨ ਤੁਰਤ ਮੁੜ ਪਇਓ। 2-3 ਡੇਰੇ ਕੀਤੇ ਉਹਨੇ ਸਤਿਗੁਰਾਂ ਦੇ ਨਾਲ। ਇੱਕ ਦਿਨ ਅੰਮ੍ਰਿਤ ਵੇਲੇ ਬਾਰਨਾ ਮਹਾਰਾਜ ਜੀ ਦਾ ਇੱਕ ਸੇਵਕ ਮੁਸਲਮਾਨ ਫਕੀਰ ਬੈਠਾ ਸੀ ਤੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਆਵਾਜ਼ ਮਾਰੀ, ਡੱਲਿਆ ਆ ਜਾ, ਰੋਜ਼ ਮੰਗਦਾ ਪੀੜੀ ਜਿੰਨੀ ਥਾਂ, ਆ ਜਾ ਤੈਨੂੰ ਥਾਂ ਦੇ ਦਈਏ। ਉਹ ਹੁਣ ਡੱਲਾ ਹੋਵੇ ਤਾਂ ਬੋਲਿਓ ਤਾਂ ਰਾਤੋਂ ਰਾਤ ਪਰਕਰਮਾ ਕਰਕੇ ਦੌੜ ਗਿਆ ਸੀ। ਬਾਹਰੋਂ ਫਕੀਰ ਬੋਲਿਆ, ਡੱਲਾ ਨਾ ਮੱਲਾ ਗੁਰੂ ਇਕੱਲਾ। ਪਾਤਸ਼ਾਹ ਕਹਿਣ ਲੱਗੇ, ਗੁਰੂ ਕਿਉਂ ਇਕੱਲਾ, ਗੁਰੂ ਨਾਲ ਅੱਲਾ। ਇਹ ਬਚਨ ਕਹੇ ਤੂੰ ਏਦਾਂ ਡੱਲਾ ਬੇਮੁਖ ਹੋ ਕੇ ਚਲਾ ਗਿਆ ਸਤਿਗੁਰਾਂ ਤੋਂ। ਔਰ ਜੰਗਲੀ ਕਿਛ ਸੰਗ ਤੁਰੇ। ਹੋਰ ਵੀ ਕੁਝ ਇਧਰ ਜੰਗਲ ਦੇ ਇਲਾਕੇ ਦੇ ਜਿਵੇਂ ਰਾਮ ਸਿੰਘ ਹੋਣੀ, ਇਹ ਭਾਈ ਕੇ ਸਨ, ਇਹ ਵੀ ਮਹਾਰਾਜ ਜੀ ਤੋਂ ਬੇਮੁਖ ਹੋ ਕੇ ਆ ਗਏ। ਬੇਈਮਾਨ ਹੋਏ ਉਹ ਪੀ ਮੁੜੇ। ਇਹ ਵੀ ਬੇਈਮਾਨ ਹੋ ਕੇ ਮੁੜ ਆਏ। ਉਤੇ ਕੋਲ ਸੋਡੀ ਕੋਠੇ ਵਾਰਾ। ਤੇ ਸੋਢੀ ਕੌਲ ਦਾ ਜਿਹੜਾ ਪੁੱਤ ਸੀ, ਸੁਨਿਆ ਉਹਨੇ ਸੁਤ ਲੱਗਿਓ ਹਮਾਰਾ। ਸੋਢੀ ਕੌਲ ਨੂੰ ਇਹ ਪਤਾ ਲੱਗਾ ਵੀ ਮੇਰਾ ਪੋਤਾ ਭੈ ਰਾਮ ਵੀ ਗੁਰੂ ਜੀ ਨਾਲ ਚੱਲਿਆ।
ਉਹਨੇ ਜਦੋਂ ਇਹ ਗੱਲ ਸੁਣੀ, ਉਨ ਮਗਰੋਂ ਦੀਵਾਨ ਦੌੜਾਏ। ਛੋਟੀ ਕੌਲ ਨੇ ਆਪਣੇ ਦੀਵਾਨ ਭੇਜੇ ਵੀ ਤੁਸੀਂ ਮੇਰੇ ਪੁੱਤ ਨੂੰ ਲੈ ਆਓ ਮੋੜ ਕੇ, ਗੁਰੂ ਜੀ ਦਾ ਕੀ ਪਤਾ ਕਿੱਧਰ ਨਾਲ ਲੈ ਜਾਣ। ਸਣ ਪਲੰਗ ਉਸ ਚੱਕ ਲਿਆਏ। ਹੁਣ ਛੋਟੀ ਕੌਲ ਦਾ ਪੁੱਤ ਜਿਹੜਾ ਭੈ ਰਾਮ ਸੀ, ਉਹਨੂੰ ਪਲੰਗੇ ਸਮੇਤ ਹੀ ਉਹਦੇ ਜਿਹੜੇ ਭੇਜੇ ਬੰਦੇ ਚੁੱਕ ਕੇ ਲੈ ਆਏ ਵਾਪਸ। ਜਬ ਸਤਿਗੁਰ ਸੋਢੀ ਬੁਲਵਾਇਓ। ਜਦੋਂ ਮਹਾਰਾਜ ਜੀ ਨੇ ਆਖਿਆ, ਉਹ ਵੇਖੋ ਸੋਢੀਆਂ ਦੇ ਡੇਰੇ ਤੇ ਹੈ ਕੋਈ। ਜਦੋਂ ਪਾਤਸ਼ਾਹ ਨੇ ਹੁਕਮ ਭੇਜਿਆ, ਲੋਕਨ ਡੇਰਾ ਖਾਲੀ ਬਤਾਇਓ। ਕਹਿਣ ਲੱਗੇ ਮਹਾਰਾਜ ਉਹ ਸੋਢੀ ਤਾਂ ਰਾਤ ਨੂੰ ਹਨੇਰੇ 'ਚ ਦੌੜ ਗਏ ਨੇ। ਇਸ ਤੋਰ ਬੋ ਲੋਕ ਨੱਠ ਆਏ। ਕਈ ਮਹਾਰਾਜ ਜੀ ਦੇ ਕੋਲੋਂ ਨੱਠ ਕੇ ਆ ਗਏ। ਤੋ ਨੱਠ ਜੰਗਲੀ ਗੁਰੈ ਤਕਾਏ। ਉਹ ਇਸ ਤਰ੍ਹਾਂ ਸਤਿਗੁਰੂ ਜੀ ਨੇ ਵੇਖਿਆ ਵੀ ਇਹਨਾਂ ਨੂੰ ਰਾਜ ਪਾਤਸ਼ਾਹ ਚਾਹੁੰਦੇ ਸੀ ਦੇਣਾ, ਪਰ ਵੇਖਿਆ ਹਾਲੇ ਅਧਿਕਾਰੀ ਨਹੀਂ ਹਨ। ਰਹੇ ਮੌਜੂਦ ਗੁਰ ਸੰਗ ਘਰ ਚਾਰ। ਚਾਰ ਘਰ ਮਾਲਵੇ ਦੇ ਜਿਹੜੇ ਸਨ ਉਹ ਗੁਰੂ ਸਾਹਿਬ ਦੇ ਨਾਲ ਰਹੇ, ਗੁਰੂ ਕੀਆਂ ਖੁਸ਼ੀਆਂ ਲਈਆਂ। ਉਹ ਕਿਹੜੇ ਸਨ ਦੱਸਦੇ ਨੇ? ਮੋਹਨ ਭਗਤੂ ਬੈਲੋ ਰੂਪੇਵਾਰ। ਭਾਈ ਮੋਹਨ ਦਾ ਪਰਿਵਾਰ ਯਾਨੀ ਕਿ ਰਾਮ ਸਿੰਘ ਤਰਲੋਕ ਸਿੰਘ ਹੋਣੀ, ਭਾਈ ਭਗਤੂ ਵੰਸੀ, ਭਾਈ ਬਹਿਲੋ ਦੇ ਪਰਿਵਾਰ ਵਿੱਚੋਂ ਭਾਈ ਰੂਪੇ ਦੇ ਇਹ ਚਾਰ ਟੱਬਰ ਜਿਹੜੇ ਸਨ ਇਹ ਮਹਾਰਾਜ ਜੀ ਦੇ ਨਾਲ ਰਹੇ। ਗਏ ਸਤਿਗੁਰ ਸੰਗ ਬਹੁ ਦੂਰ ਸੋ ਹਟੇ। ਇਹ ਦੂਰ ਤੱਕ ਸਤਿਗੁਰਾਂ ਦੇ ਨਾਲ ਗਏ ਤੇ ਜਦੋਂ ਸਤਿਗੁਰਾਂ ਨੇ ਖੁਸ਼ੀ ਦੇ ਕੇ ਟੋਰਿਆ, ਫਿਰ ਇਹ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਆਏ। ਭਾਈ ਪਰਮ ਸਿੰਘ ਧਰਮ ਸਿੰਘ ਹੋਣਾ ਨੇ ਤਾਂ ਰੋਜ਼ ਪਲੰਘਾ ਨਵਾਂ ਬਣਾਉਣਾ ਸਤਿਗੁਰਾਂ ਤੋਂ ਪਹਿਲਾਂ ਪਹੁੰਚ ਕੇ, ਤੇ ਮਹਾਰਾਜ ਜੀ ਦਾ ਆਸਣ ਲਵਾਉਣਾ। ਇੱਕ ਦਿਨ ਸਤਿਗੁਰੂ ਜੀ ਨੇੜੇ ਹੀ ਡੇਰਾ ਕਰ ਲਿਆ ਤੇ ਨਾ ਆਖਿਆ ਵੀ ਸਾਡਾ ਤਾਂ ਪੁਰਾਣਾ ਨਵਾਂ ਪਲੰਘਾ ਬਣਾਉਣ ਦਾ। ਇਹਨਾਂ ਦੋ ਦਸਾਂਗੇ ਜੇ ਕੱਟੇ ਵੱਡੇ, ਉਹਨਾਂ ਤੇ ਰੱਸੀਆਂ ਪਾ ਕੇ ਤੇ ਬੜੇ ਸੋਹਣੇ ਢੰਗ ਨਾਲ ਪਲੰਘਾ ਬਣਾ ਦਿੱਤਾ। ਸਤਿਗੁਰੂ ਜੀ ਨੇ ਹੱਥ ਪਾ ਕੇ ਵੇਖਿਆ, ਕਹਿੰਦੇ ਵੀ ਆਹ ਕੀ? ਪਾਤਸ਼ਾਹ ਬੜੇ ਖੁਸ਼ ਹੋਏ। ਆਪਣੀ ਸ਼੍ਰੀ ਸਾਹਿਬ ਦਿੱਤੀ ਧਰਮ ਸਿੰਘ ਹੋਣਾ ਨੂੰ, ਤੇ ਘੋੜਾ ਦਿੱਤਾ ਵੀ ਇਹ ਪੈਦਲ ਆਉਂਦੇ ਆ ਟੁਰ ਕੇ, ਤੇ ਘੋੜੇ ਤੇ ਚੜ ਕੇ ਆ ਜਾ ਕਰਨਗੇ, ਸੇਵਾ ਕਰਦੇ ਆ। ਅਗਲੇ ਦਿਨ ਇਹ ਘੋੜੇ ਨਾਲ ਟੁਰ ਕੇ ਪੈਦਲ ਟੁਰੇ ਜਾਣ, ਤਲਵਾਰ ਸਿਰ ਤੇ ਰੱਖੀ ਹੋਈ। ਮਹਾਰਾਜ ਜੀ ਕਹਿੰਦੇ ਭਾਈ ਇਹ ਕੀ ਗੱਲ? ਕਹਿੰਦੇ ਸਤਿਗੁਰੂ ਤੁਹਾਡੀ ਦਿੱਤੀ ਦਾਤ ਤੇ ਅਸੀਂ ਘੋੜੇ ਤੇ ਕਿਵੇਂ ਚੜ੍ਹਦੇ? ਸਾਡਾ ਤਾਂ ਫਰਜ਼ ਹੈ ਸਤਿਕਾਰ ਕਰਨਾ। ਤੁਹਾਡੀ ਦਿੱਤੀ ਸ਼੍ਰੀ ਸਾਹਿਬ ਅਸੀਂ ਕਿਵੇਂ ਗਾਤਰੇ ਪਾਉਂਦੇ? ਪਾਤਸ਼ਾਹ ਆਖਿਆ ਧਰਮ ਸਿੰਘ ਪਰਮ ਸਿੰਘ ਜੀ, ਤੁਹਾਨੂੰ ਇਹ ਸ਼੍ਰੀ ਸਾਹਿਬ ਇਹ ਤੁਸੀਂ ਰੱਖ ਲਓ, ਤੁਹਾਡੇ ਖਜ਼ਾਨੇ 'ਚ ਰਹੂਗੀ, ਪਰ ਤੁਹਾਡੀ ਰਸਨਾ ਹੀ ਤਲਵਾਰ ਦਾ ਕੰਮ ਕਰੇਗੀ। ਜਿਹੜਾ ਵਰ ਸਰਾਪ ਦਿਆ ਕਰੋਗੇ ਪੂਰਾ ਹੋ ਜਾਇਆ ਕਰੇਗਾ। ਏਦਾਂ ਮਹਾਰਾਜ ਜੀ ਨੇ ਨੂੰ ਬਖਸ਼ਿਸ਼ਾਂ ਕੀਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਦੱਖਣ ਦਿਸ਼ਾ ਨੂੰ ਜਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਪੀਓ ਅਣਹਾਰ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ
ਨਾਨਕ ਦੀਜੈ ਨਾਮਦਾਨ। ਰਾਖੋਈਐ ਪਰੋਏ ਆਏ ਪ੍ਰਭ ਸ਼ਰਣਾਗਤੀ। ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ। ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।